डॉक्टर साहब अपनी जुबानी ये गल कहते हैं कि 2019 ਦੇ ਵਿੱਚ ਮੈਨੂੰ ਹਾਰਟ ਅਟੈਕ ਆਉਂਦਾ ਹੈ। ਰਾਤ ਦੇ 12 ਵਜੇ ਮੈਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤੇ ਡਾਕਟਰ ਮੈਨੂੰ ਡੈਡ ਡਿਕਲੇਅਰ ਕਰ ਦਿੰਦੇ ਆ ਤੇ ਬਾਹਰ ਮੇਰੇ ਬੇਟਾ ਬੇਟੀ ਬੈਠੇ ਹੁੰਦੇ ਆ। ਮੇਰੇ ਮੂੰਹ ਤੇ ਡਾਕਟਰ ਚਿੱਟਾ ਕੱਪੜਾ ਤੱਕ ਵੀ ਪਾ ਦਿੰਦੇ ਆ ਕਿ ਇਹ ਬੰਦਾ ਖਤਮ ਹੈ, ਇਹ ਬੰਦਾ ਮਰ ਚੁੱਕਿਆ। ਤਕਰੀਬਨ 6 ਘੰਟਿਆਂ ਬਾਅਦ ਮੈਨੂੰ ਦੁਬਾਰੇ ਫੇਰ ਜਾਗ ਆਉਂਦੀ ਹੈ ਤੇ ਮੈਂ ICU 'ਚ ਮਰਿਆ ਪਿਆ ਖੜਾ ਹੋ ਜਾਂਦਾ। ਡਾਕਟਰ ਸਾਹਿਬ ਇਹ ਗੱਲ ਦੱਸਦੇ ਆ ਕਿ ਮੈਨੂੰ ਬਹੁਤ ਅੰਤਾਂ ਦੀ ਭੁੱਖ ਲੱਗੀ ਹੋਈ ਸੀ। ਮੈਨੂੰ ਇਹ ਲੱਗ ਰਿਹਾ ਸੀਗਾ ਕਿ ਮੈਂ ਕਿਸੇ ਬਹੁਤ ਲੰਮੇ ਸਫ਼ਰ ਤੋਂ ਆਇਆ। ਜਦੋਂ ਮੈਂ ਆਪਣੇ ਬੈੱਡ ਤੋਂ ਉੱਠਿਆ ਤਾਂ ਡਾਕਟਰ ਤੇ ਨਰਸਾਂ ਸਾਰੇ ਉੱਥੇ ਹੈਰਾਨ ਸੀ ਤੇ ਜਦੋਂ ਮੈਂ ਆਪਣੇ ਉਹ ਪਰਿਵਾਰ ਨੂੰ ਉੱਠ ਕੇ ਮਿਲਦਾ ਤਾਂ ਮੇਰਾ ਪਰਿਵਾਰ ਵੀ ਹੈਰਾਨ ਹੁੰਦਾ ਕਿ ਡਾਕਟਰ ਤਾਂ ਕਹਿੰਦੇ ਸੀ ਕਿ ਤੁਸੀਂ ਮਰ ਚੁੱਕੇ ਹੋ, ਤੁਸੀਂ ਜਿਉਂਦੇ ਕਿਵੇਂ ਹੋ, ਕੀ ਪਿੱਛੇ ਦੀ ਸਾਰੀ ਕਹਾਣੀ ਹੈ। ਤੇ ਡਾਕਟਰ ਸਾਹਿਬ ਇਹ ਗੱਲ ਵੀ ਕਹਿੰਦੇ ਆ ਕਿ ਉਹ ਹਾਦਸੇ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖਤੀ। ਫਿਰ ਮੈਂ ਇਨਸਾਨੀ ਮੋਹ ਮਾਇਆ ਦਾ ਮੋਹ ਛੱਡ ਕੇ ਮੈਂ ਆਪਣੀ ਪੂਰੀ ਜ਼ਿੰਦਗੀ ਬੇਜ਼ਬਾਨ ਗਊਆਂ ਤੇ ਨਿਸ਼ਾਵਰ ਕਰਤੀ। ਅੱਜ ਡਾਕਟਰ ਸਾਹਿਬ ਗਊਸ਼ਾਲਾ ਦੇ ਵਿੱਚ ਮੁਫਤ ਦੇ ਵਿੱਚ ਸੇਵਾ ਕਰਦੇ ਆ ਤੇ ਡਾਕਟਰ ਸਾਹਿਬ ਰਿਟਾਇਰਡ ਵੈਟਰਨਰੀ ਆਫੀਸਰ ਨੇ। 12 ਵਜੇ ਆਪਣੇ ਘਰ ਤੋਂ ਦੁਪਹਿਰੇ ਆ ਜਾਂਦੇ ਆ ਤੇ 5-6 ਵਜੇ ਤੱਕ ਗਊਸ਼ਾਲਾ ਦੇ ਵਿੱਚ ਬੇਜ਼ਬਾਨ ਡੰਗਰਾਂ ਪਸ਼ੂਆਂ ਦੀ ਸੇਵਾ ਕਰਦੇ ਆ, ਮੁਫਤ ਦੇ ਵਿੱਚ ਉਹਨਾਂ ਦਾ ਇਲਾਜ ਕਰਦੇ ਆ। जनवरी 2019 ਦੇ ਵਿੱਚ ਰਾਤ ਨੂੰ ਮੈਨੂੰ 11 ਵਜੇ ਤਕਲੀਫ ਹੁੰਦੀ ਹੈ ਕਿ ਮੈਨੂੰ ਇਹ ਲੱਗਣ ਲੱਗ ਜਾਂਦਾ ਵੀ ਮੈਥੋਂ ਮੇਰੇ ਦੋਨੇ ਮੋਢਿਆਂ ਦੇ ਵਿੱਚ ਤੇ ਮੇਰੀ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਤਾਂ ਮੈਂ ਆਪਦੇ ਬੱਚਿਆਂ ਨੂੰ ਦੱਸਿਆ ਵੀ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੈ। ਉਹ ਮੈਨੂੰ ਨਾਲ ਦੀ ਨਾਲ ਹੀ ਕਿਸੇ ਪ੍ਰਾਈਵੇਟ ਹਸਪਤਾਲ ਹਾਰਟ ਹਸਪਤਾਲ ਚਲੇ ਗਏ। ਉੱਥੇ ਜਾ ਕੇ ਜਦੋਂ ਡਾਕਟਰ ਸਾਹਿਬ ਨੇ ਮੈਨੂੰ ਚੈੱਕ ਕੀਤਾ ਉਹ ਕਹਿੰਦੇ ਵੀ ਤੁਹਾਡਾ ਜਿਹੜਾ ਮਰੀਜ਼ ਹੈ ਡਾਕਟਰ ਸਾਹਿਬ ਦੀ ਜਿਹੜੀ ਹਾਲਤ ਹੈ ਬਹੁਤ ਮੰਦੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਬਚਣਗੇ। ਪਰ ਮੇਰੇ ਵੱਲੋਂ ਇਹ ਇੱਕ ਤਰ੍ਹਾਂ ਦੇ ਸਮਝ ਲਓ ਦੁਨੀਆ ਤੋਂ ਜਾ ਚੁੱਕੇ ਹਨ ਵੀ ਇਹ ਖਤਮ ਨਹੀਂ। ਅੱਛਾ, ਡਾਕਟਰਾਂ ਨੇ ਤੁਹਾਨੂੰ ਜਵਾਬ ਦਿੱਤਾ ਸੀਗਾ? ਬਿਲਕੁਲ। ਮੇਰੇ ਬੱਚੇ ਰੋਣ ਲੱਗ ਗਏ ਸੀ। ਮੇਰੀ ਬੇਟੀ ਤੇ ਮੇਰਾ ਬੇਟਾ ਥੱਲੇ ਬੈਠੇ ਸੀ, ਉਹ ਰੋ ਰਹੇ ਸੀ ਵੀ ਸਾਡੇ ਪਾਪਾ ਦੀ ਦੁਨੀਆ ਤੋਂ ਬਰਖਾਸਤ ਹੋ ਚੁੱਕੇ। ਤੁਸੀਂ ਦੱਸਦੇ ਹੋ ਕਿ ਡਾਕਟਰ ਤੁਹਾਨੂੰ ICU 'ਚ ਲੈ ਜਾਂਦੇ ਆ, ਤੁਹਾਡੇ ਉੱਪਰ ਇੱਕ ਚਿੱਟਾ ਕੱਪੜਾ ਹੁੰਦਾ ਜਿਹੜਾ ਉਹ ਤੁਹਾਡੇ ਮੂੰਹ ਤੇ ਵੀ ਪਾ ਦਿੰਦੇ। ਹਾਂ, 1 ਘੰਟਾ ਰੱਖਿਆ ਗਿਆ। ਉਸ ਤੋਂ ਬਾਅਦ ਮੈਨੂੰ ਲਿਆ ਕੇ ICU 'ਚ ਪਾਤਾ। ਇੱਕ ਤਰ੍ਹਾਂ ਦਾ ਹੀ ਲਾ ਲਓ ਵੀ ਖਤਮ ਹੋ ਚੁੱਕਿਆ ਸੀ ਤੇ ਨਾ ਹੀ ਮੈਨੂੰ ਪਤਾ ਲੱਗ ਰਿਹਾ ਸੀ ਵੀ ਮੇਰੇ ਨਾਲ ਕੀ ਹੋ ਰਿਹਾ। ਤੁਸੀਂ ਲਾ ਲਓ ਵੀ ਅੰਦਾਜ਼ਾ ਕਿ ਮੈਨੂੰ 6 ਘੰਟੇ ਮੈਂ ਬਿਲਕੁਲ ਦੁਨੀਆ ਤੋਂ ਅਲੱਗ ਦੁਨੀਆ ਦੇ ਵਿੱਚ ਸੀ। ਤੁਸੀਂ ਕੀ ਦੇਖਿਆ ਉੱਥੇ, ਕਿਹੋ ਜਿਹਾ ਮਾਹੌਲ ਦੇਖਿਆ? ਬਿਲਕੁਲ ਸ਼ਾਂਤ ਮਾਹੌਲ ਹੈ। ਬਸ ਤੁਹਾਨੂੰ ਐਂ ਲਾ ਲਓ ਵੀ ਉੱਥੇ ਇੱਕ ਪਿਨ ਡ੍ਰੌਪ ਸਾਇਲੈਂਸ ਹੈ। ਸਿਰਫ ਇੱਕ ਸਫੈਦ ਰੰਗ ਦੀ ਇੱਕ ਲਾਈਟ ਜਗਦੀ ਹੈ, ਉਸ ਲਾਈਟ ਦੇ ਵਿੱਚ ਤੁਸੀਂ ਬੈਠੇ ਹੋ। ਬਸ ਤੁਸੀਂ ਅੱਖਾਂ, ਇੱਕ ਤੁਹਾਡੀ ਆਤਮਾ ਬੈਠੀ ਹੈ, ਉਹ ਆਤਮਾ ਨਾਲ ਹੀ ਹਿਸਾਬ ਕਿਤਾਬ ਉਹ ਆਪਣੇ ਆਪ ਹੀ ਦੱਸੀ ਜਾਂਦੇ ਵੀ ਤੁਹਾਡੇ ਇੰਨੇ ਕੁ ਪੁੰਨ ਹੈ, ਇੰਨੇ ਤੁਸੀਂ ਦੱਸਦੇ ਕਿ ਤੁਹਾਡੇ ਬਰਾਬਰ ਉਹ ਬੇਜ਼ਬਾਨ ਪਸ਼ੂ ਪੰਛੀ ਆ ਕੇ ਖੜ ਗਏ? ਬਿਲਕੁਲ, ਉਹ ਨਾਲ ਹੀ ਖੜੇ ਰਹੇ ਜਿੰਨੀ ਦੇਰ ਮੈਂ ਉੱਪਰ ਸੀ। ਉਹ ਮੇਰੇ ਨਾਲ ਹੀ ਸੀ। ਉਹਨਾਂ ਦੀ ਵੀ ਇਹੀਓ ਪੁਕਾਰ ਸੀ, ਜੇ ਸਾਡੇ ਡਾਕਟਰ ਸਾਹਿਬ ਨੂੰ ਥੱਲੇ ਭੇਜ ਦਿਓ ਤਾਂ ਸਾਨੂੰ ਵੀ ਭੇਜ ਦਿਓ, ਜੇ ਇਹਨਾਂ ਨੂੰ ਰੱਖਣਾ ਤਾਂ ਸਾਨੂੰ ਵੀ ਇੱਥੇ ਰੱਖ। ਉਹ ਚੀਜ਼ ਦੇਖੀ ਤੁਸੀਂ? ਬਿਲਕੁਲ। ਤੁਹਾਨੂੰ ਉਹ ਮਾਹੌਲ ਦੇਖਿਆ ਜਿਵੇਂ ਕਹਿੰਦੇ ਧਰਮਰਾਜ ਬੈਠੇ? ਉੱਥੇ ਮੈਂ ਇਹ ਜ਼ਰੂਰ ਦੇਖਿਆ ਵੀ ਉੱਥੇ ਇੱਕ ਬਹੁਤ ਵੱਡੀ ਕੋਈ ਇਹੋ ਜਿਹਾ ਦੇਵਤਾ ਬੈਠਾ ਜਿਹੜਾ ਕਿ ਹਿਸਾਬ ਕਿਤਾਬ ਤੁਹਾਡਾ ਸਾਰਾ, ਤੁਹਾਨੂੰ ਕੋਈ ਕੁਛ ਬੋਲਣ ਦੀ ਲੋੜ ਨਹੀਂ, ਬਸ ਉਹ ਆਪਣੇ ਆਪ ਹੀ ਹਿਸਾਬ ਕਿਤਾਬ ਹੋ ਜਾਂਦਾ। ਅਤੇ ਮੈਨੂੰ ਉਸ ਤੋਂ ਬਾਅਦ ਸਵੇਰੇ 5:30 ਤੋਂ 6 ਦੇ ਵਿਚਾਲੇ ਮੈਨੂੰ ਕੁਛ ਲੱਗਿਆ। ਜਦੋਂ ਮੈਂ ਸਵੇਰੇ ਉੱਠਿਆ ਤਾਂ ਮੈਨੂੰ ਲੱਗਿਆ ਵੀ ਮੈਂ ਬਹੁਤ ਜ਼ਿਆਦਾ ਕੋਈ ਲੰਬਾ ਸਫ਼ਰ ਹਜ਼ਾਰਾਂ ਲੱਖਾਂ ਕਿਲੋਮੀਟਰ ਦਾ ਤੈਅ ਕਰਕੇ ਆਇਆ ਵਾਂ। ਮੈਂ ਜਦੋਂ ਦੇਖਿਆ ਵੀ ਮੈਂ ਕਿੱਥੇ ਆ, ਫਿਰ ਮੈਂ ਫੀਲ ਕੀਤਾ ਵੀ ਮੈਂ ਤਾਂ ਹਸਪਤਾਲ ਦੇ ਵਿੱਚ ਹਾਂ। ਮੈਂ ਫਿਰ ਜਦੋਂ ਚਾਦਰ ਪਾਸੇ ਕਰਕੇ ਮੈਂ ਕਿਹਾ ਯਾਰ ਤੁਸੀਂ ਮੈਨੂੰ ਕੁਛ ਖਾਣ ਪੀਣ ਨੂੰ ਦੇ ਸਕਦੇ ਹੋ? ਕਹਿੰਦੇ ਕਿਉਂ? ਮੈਂ ਕਿਹਾ ਮੈਨੂੰ ਭੁੱਖ ਬਹੁਤ ਲੱਗੀ ਹੈ। ਉਹ ਕਹਿੰਦੇ ਤੈਨੂੰ ਭੁੱਖ ਲੱਗੀ ਹੈ? ਯਾਰ ਇਹ ਤਾਂ ਹੈਰਾਨੀਜਨਕ ਗੱਲ ਹੈ ਵੀ ਇੱਕ ਬੰਦਾ ਜਿਹਨੂੰ ਰਾਤ ਨੂੰ ਡਾਕਟਰ ਨੇ ਜਵਾਬ ਦਿੱਤਾ, ਹੁਣ ਕਹਿੰਦਾ ਮੈਨੂੰ ਭੁੱਖ ਲੱਗੀ ਹੈ। ਅਤੇ ਉਹ ਬੜੀ ਹੈਰਾਨੀਜਨਕ ਨਾਲ ਮੈਨੂੰ ਦੇਖਣ ਲੱਗ ਗਏ। ਮੈਂ ਕਿਹਾ ਤੁਸੀਂ ਦੇਖਣਾ ਦਿਖਾਉਣ ਵਾਲਾ ਕੰਮ ਬਾਅਦ 'ਚ ਕਰਿਓ, ਪਹਿਲਾਂ ਮੈਨੂੰ ਕੁਛ ਖਾਣ ਪੀਣ ਨੂੰ। ਬੱਚੇ ਕਹਿੰਦੇ ਆ ਵੀ ਪਾਪਾ ਬਸ ਅਸੀਂ ਤੁਹਾਨੂੰ ਇਹ ਸੋਚਿਆ ਸੀ ਵੀ ਤੁਹਾਨੂੰ 6-7 ਵਜੇ ਘਰੋਂ ਲੈ ਦਾਂਗੇ, ਜਾਣ ਸਾਰ ਫੋਨ ਕਰ ਦਾਂਗੇ, 12-1 ਵਜੇ ਤੱਕ ਰਿਸ਼ਤੇਦਾਰ ਆ ਜਾਣਗੇ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀ ਤਿਆਰੀ ਕਰ ਲਾਂਗੇ ਸੰਸਕਾਰ ਦੀ। ਛੇ ਸੋਚ ਲਿਆ ਸੀ ਪਰਿਵਾਰ। ਉਦੋਂ ਬੱਚੇ ਖੁਸ਼ ਹੋਏ ਜਦੋਂ ਤੁਸੀਂ ਉਹ ICU ਤੋਂ ਬਾਹਰ ਆਏ? ਬੱਚਿਆਂ ਦੀ ਖੁਸ਼ੀ ਦਾ ਟਿਕਾਣਾ ਤਾਂ ਮੈਂ ਤੁਹਾਨੂੰ ਐਂ ਦੱਸ ਹੀ ਨਹੀਂ ਸਕਦਾ ਵੀ ਮੇਰੇ ਬੱਚੇ ਕਿੰਨਾ ਕੁ ਖੁਸ਼ ਹੋਏ, ਕੀ ਉਹਨਾਂ ਨੂੰ ਲੱਗਿਆ, ਕਿ ਉਹ ਸਾਰੀ ਰਾਤ ਕਿਸ ਤਰ੍ਹਾਂ ਪਰਮਾਤਮਾ ਨੂੰ, ਕਿਸ ਤਰ੍ਹਾਂ ਗਊ ਮਾਤਾ ਨੂੰ ਯਾਦ ਕਰ ਰਹੇ ਸੀ ਵੀ ਜੇ ਤੂੰ ਕਿਤੇ ਗਊ ਮਾਤਾ ਹੈ ਜਾਂ ਤੂੰ ਰੱਬਾ ਕਿਤੇ ਬਚਦਾ ਹੈ ਤਾਂ ਇਸ ਦੁਨੀਆ ਦੇ ਵਿੱਚੋਂ ਸਾਡੇ ਬਾਪੂ ਨੂੰ ਵਾਪਸ ਲੈ ਕੇ ਆ, ਫਿਰ ਅਸੀਂ ਤੈਨੂੰ ਮੰਨਾਂਗੇ ਵੀ ਤੂੰ ਦੁਨੀਆ ਦੇ ਵਿੱਚ ਹੈ ਜਾਂ ਗਊ ਮਾਤਾ ਹੈ। ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ
ਸਾਨੂੰ ਰੱਬ ਮਿਲ ਗਿਆ, ਕਿਉਂਕਿ ਜਿਹੜੀ ਮੇਰੀ ਬੇਟੀ ਹੈ ਉਹ ਉਸ ਵੇਲੇ MBBS ਕਰ ਰਹੀ ਸੀ, ਹੁਣ ਉਹ MD ਕਰ ਚੁੱਕੀ ਹੈ। ਅਤੇ ਉਹਨੂੰ ਐਂ ਲੱਗ ਰਿਹਾ ਸੀ ਵੀ ਦੁਨੀਆ ਦੇ ਵਿੱਚ ਜੇ ਮੇਰਾ ਸਹੀ ਕੋਈ ਸਾਥੀ ਹੈ, ਮੇਰਾ ਬਾਪੂ ਹੈ, ਉਹ ਵਾਪਸ ਆ ਗਿਆ ਅਤੇ ਮੈਨੂੰ ਬਸ ਇਹ ਤੋਂ ਵੱਡੀ ਮੇਰੇ ਲਈ ਕੋਈ ਖੁਸ਼ੀ ਨਹੀਂ। ਇਸ ਘਟਨਾ ਤੋਂ ਬਾਅਦ ਮੇਰਾ ਜਿਹੜਾ ਹੁਣ ਤਨ ਮਨ ਧਨ ਹੈ ਉਹ ਸਾਰਾ ਗਊ ਸੇਵਾ 'ਚ ਲੱਗ ਗਿਆ। ਅਤੇ ਮੈਂ ਚਾਹੁੰਦਾ ਵੀ ਹਾਂ ਵੀ ਜਿਹੜੀ ਇਹ ਮੈਨੂੰ ਗਊਆਂ ਨੇ, ਢੱਠਿਆਂ ਨੇ ਜ਼ਿੰਦਗੀ ਦਿੱਤੀ ਹੈ, ਮੈਂ ਇਹ ਜ਼ਿੰਦਗੀ ਇਹਨਾਂ ਦੇ ਲੇਖੇ ਹੀ ਲਾ ਦਿੱਤੀ ਹੈ ਅਤੇ ਮੈਂ ਇਹਨਾਂ ਦੇ ਲੇਖੇ ਹੀ ਲਾ ਕੇ ਰੱਖੂੰਗਾ। ਹੁਣ ਮੈਂ ਇੱਥੇ ਸਵੇਰੇ 12 ਵਜੇ ਆਉਣਾ, ਸ਼ਾਮ ਨੂੰ 5 ਵਜੇ ਤੱਕ ਇੱਥੇ ਰਹਿਣਾ ਅਤੇ ਮੈਂ ਇੱਥੇ ਬਹੁਤ ਜ਼ਿਆਦਾ ਖੁਸ਼ ਵੀ ਰਹਿਣਾ। ਮੈਂ ਬਿਲਕੁਲ 1 ਰੁਪਏ ਦਾ, 1 ਪੈਸੇ ਦਾ ਵੀ ਕਿਸੇ ਦਾ ਰਵਾਦਾਰ ਨਹੀਂ ਹੈ। ਸਿਰਫ ਮੈਂ ਗਊਸ਼ਾਲਾ ਚਾਹੁੰਦਾ ਆਪਣਾ ਹੀ, ਇੱਥੇ ਪਾਣੀ ਇੱਕ ਜ਼ਰੂਰ ਪੀਣਾ, ਬਾਕੀ ਮੈਂ ਇੱਥੇ ਕਿਸੇ ਤੋਂ 1 ਪੈਸਾ ਵੀ ਲੈਣਾ ਮੈਨੂੰ ਬਹੁਤ ਵੱਡਾ ਪਾਪ ਲੱਗਦਾ। ਮੇਰੀ ਵਾਈਫ ਮੈਨੂੰ ਅਕਸਰ ਹੱਸਦੀ ਹੁੰਦੀ ਹੈ ਵੀ ਕਿਉਂ ਨਾ ਤੁਹਾਡਾ ਉੱਥੇ ਹੀ ਕਮਰਾ ਬਣਵਾ ਦਈਏ ਇੱਕ, ਅਤੇ ਮੈਂ ਕਹਿੰਦਾ ਹੁੰਦਾ ਚਲੋ ਜੇ ਪਰਮਾਤਮਾ ਨੇ ਚਾਹਿਆ ਤਾਂ ਕਮਰਾ ਵੀ ਬਣ ਜਾਊਗਾ, ਪਰ ਹਜੇ ਤਾਂ ਮੈਨੂੰ 12 ਤੋਂ 5 ਜਿਹੜੀ ਸੇਵਾ ਹੈ ਉਹ ਤਾਂ ਮੈਨੂੰ ਕਰਨ ਦਿਓ। ਤੁਸੀਂ ਆਪਣਾ ਉਹ ਚੰਗਾ ਘਰ-ਬਾਰ ਛੱਡ ਕੇ ਇੱਥੇ ਗਊਸ਼ਾਲਾ ਦੇ ਵਿੱਚ? ਮੈਂ ਇਸ ਗਊਸ਼ਾਲਾ ਨੂੰ ਇੱਕ ਮਹਿਲ ਸਮਝਦਾ ਹਾਂ। ਮੇਰੇ ਲਈ ਇਹ ਇੱਕ ਮਹਿਲ ਹੈ, ਜਿਹੋ ਜਿਹਾ ਮੈਂ ਕਿਸੇ 7 ਸਟਾਰ ਹੋਟਲ 'ਚ ਰਹਿ ਲਿਆ, ਜਿਹੋ ਜਿਹਾ ਮੈਂ ਗਊਸ਼ਾਲਾ 'ਚ ਰਹਿ ਲਿਆ। ਅੱਛਾ, ਉਹ ਪੈਸੇ ਦਾ, ਉਹ ਘਰ ਦਾ, ਉਹ ਪੱਥਰ ਜਿਹੜਾ ਲੱਗਿਆ ਹੋਇਆ, ਉਹਦਾ ਮੂੰਹ ਆਉਂਦਾ? ਉਹ ਮੈਨੂੰ ਸਾਰੀਆਂ ਚੀਜ਼ਾਂ ਦੁਨਿਆਵੀ ਲੱਗਦੀਆਂ ਹਨ। ਅੱਛਾ, ਉਹਨਾਂ ਨਾਲ ਮੈਨੂੰ ਕੋਈ ਮੋਹ ਨਹੀਂ ਹੈ। ਅੱਛਾ, ਉਹ ਚੀਜ਼ਾਂ ਨਾਲ ਖੁਸ਼ੀ ਨਹੀਂ ਮਿਲਦੀ ਤੁਹਾਨੂੰ? ਨਹੀਂ, ਮੈਨੂੰ ਖੁਸ਼ੀ ਮਿਲਦੀ ਹੈ ਤਾਂ ਗਊਸ਼ਾਲਾ 'ਚ ਹੀ ਮਿਲਦੀ ਹੈ। ਕਿ ਜਦੋਂ ਤੁਸੀਂ ਉੱਥੋਂ ਵਾਪਸ ਆ ਗਏ ਤਾਂ ਤੁਹਾਡਾ ਪਰਿਵਾਰ ਵੀ ਬਹੁਤ ਖੁਸ਼ ਹੋਇਆ। ਇਹ ਪਰਿਵਾਰ ਨਾਲ ਗੱਲ ਕਰਦੇ ਹੋ ਕਿ ਜਿੰਨਾ ਕੁਝ ਕਮਾਉਣਾ ਸੀ ਜਾਂ ਜਿੰਨਾ ਕੁਝ ਮੈਂ ਤੁਹਾਡੇ ਲਈ ਬਣਾਉਣਾ ਸੀ ਉਹ ਬਣਾ ਚੁੱਕਿਆ, ਇਸ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਇੱਕ ਵੱਖਰੇ ਤਰੀਕੇ ਨਾਲ ਜਿਉਣਾ ਚਾਹੁੰਦਾ? ਬਿਲਕੁਲ, ਉਹ ਤਾਂ ਮੈਂ ਆਪਦੇ ਬੱਚਿਆਂ ਨੂੰ ਤੇ ਮੈਂ ਆਪਦੀ ਵਾਈਫ ਨੂੰ ਦੱਸ ਚੁੱਕਿਆ। ਹੁਣ ਜੋ ਮੈਂ ਕਮਾ ਕੇ ਦੇਣਾ ਸੀ, ਜਿੰਨਾ ਤੁਹਾਨੂੰ ਚਾਹੀਦਾ ਸੀ ਉਹਨਾਂ ਮੈਂ ਤੁਹਾਨੂੰ ਦੇਤਾ ਬਣਾ ਕੇ। ਹੁਣ ਤੁਸੀਂ ਇਹਨੂੰ ਬਣਾਓ ਜਾਂ ਵਿਗਾੜੋ, ਉਹ ਮੇਰਾ ਕੋਈ ਮਤਲਬ ਨਹੀਂ ਹੈ। ਜੋ ਮੈਂ ਕਰਨਾ ਸੀ ਉਹ ਕਰਤਾ। ਮੈਨੂੰ ਜਿਹੜੇ ਕੰਮ 'ਚ ਮੈਂ ਬਿਜ਼ੀ ਹਾਂ ਮੈਨੂੰ ਉੱਧਰ ਹੀ ਰਹਿਣ ਦਿਓ। ਮੈਨੂੰ ਇਸ ਪਾਸਿਓਂ ਨਾ ਹਟਾਈਓ, ਨਾ ਮੈਂ ਹਟਾਂ ਅਤੇ ਨਾ ਹੀ ਮੇਰਾ ਇੱਧਰਲੇ ਪਾਸਿਓਂ ਮੇਰੀ ਕੋਈ ਲਗਨ ਹਟਾ ਸਕਦਾ। ਇਹਨੂੰ ਜਾਂ ਤਾਂ ਜੱਗ ਬੀਤੀ ਜਾਂ ਆਪ ਬੀਤੀ। ਮੇਰੀ ਜਿਹੜੀ ਕਹਾਣੀ ਆ ਉਹ ਆਪ ਬੀਤੀ ਹੈ। ਇਹ ਕੋਈ ਮੈਂ ਐ ਨਹੀਂ ਹੈ, ਮੈਂ ਨਾ ਕੋਈ ਕਿਤਾਬ ਪੜ੍ਹੀ ਇਹਦੇ ਉੱਤੇ ਅਤੇ ਨਾ ਇਹ ਮੇਰੇ ਨਾਲ ਖੁਦ ਵਾਪਰਿਆ। ਔਰ ਜੋ ਵਾਪਰਿਆ ਮੈਂ ਤੁਹਾਨੂੰ ਜੋ ਦੱਸ ਰਿਹਾ ਇਹ ਬਿਲਕੁਲ ਹੀ ਇਸੇ ਤਰ੍ਹਾਂ ਹੀ ਵਾਪਰਿਆ। ਜਿਹੜਾ ਬੰਦਾ ਦੁਨੀਆ ਤੋਂ ਰੁਖਸਤ ਹੋ ਕੇ ਜਾ ਚੁੱਕਦਾ ਹੈ, ਫਿਰ ਉਹ ਵਾਪਸ ਆਉਂਦਾ, ਤਾਂ ਇਹਦਾ ਮਤਲਬ ਕੋਈ ਨਾ ਕੋਈ ਸੁਪਰ ਪਾਵਰ, ਕੋਈ એનર્ਜੀ ਹੈ ਜਿਹੜੀ ਬੰਦੇ ਨੂੰ ਵਾਪਸ ਲੈ ਕੇ ਆਉਂਦੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੰਟ ਪੰਜਾਬੀ। ਅੱਜ ਇੱਕ ਬਹੁਤ ਵੱਖਰੀ ਕਹਾਣੀ ਇੱਕ ਡਾਕਟਰ ਸਾਹਿਬ ਦੀ ਤੁਹਾਨੂੰ ਦਿਖਾਵਾਂਗੇ। ਇਹ ਘਟਨਾ 2019 ਦੀ ਹੈ। ਡਾਕਟਰ ਸਾਹਿਬ ਆਪਣੀ ਜ਼ੁਬਾਨੀ ਇਹ ਗੱਲ ਕਹਿੰਦੇ ਹੈ ਕਿ 2019 ਦੇ ਵਿੱਚ ਮੈਨੂੰ ਹਾਰਟ ਅਟੈਕ ਆਉਂਦਾ। ਡਾਕਟਰ ਸਾਹਿਬ ਇਹ ਗੱਲ ਦੱਸਦੀ ਹੈ ਕਿ ਰਾਤ ਦੇ 12 ਵਜੇ ਮੈਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਅਤੇ ਡਾਕਟਰ ਮੈਨੂੰ ਡੈਡ ਡਿਕਲੇਅਰ ਕਰ ਦਿੰਦੇ ਆ ਅਤੇ ਬਾਹਰ ਮੇਰੇ ਬੇਟਾ ਬੇਟੀ ਬੈਠੇ ਹੁੰਦੇ ਆ। ਮੇਰੇ ਮੂੰਹ 'ਤੇ ਡਾਕਟਰ ਚਿੱਟਾ ਕੱਪੜਾ ਤੱਕ ਵੀ ਪਾ ਦਿੰਦੇ ਆ ਕਿ ਇਹ ਬੰਦਾ ਖਤਮ ਹੈ, ਇਹ ਬੰਦਾ ਮਰ ਚੁੱਕਿਆ। ਤਕਰੀਬਨ 6 ਘੰਟਿਆਂ ਬਾਅਦ ਮੈਨੂੰ ਦੁਬਾਰੇ ਫੇਰ ਜਾਗ ਆਉਂਦੀ ਹੈ ਅਤੇ ਮੈਂ ICU 'ਚ ਮਰਿਆ ਪਿਆ ਖੜ੍ਹਾ ਹੋ ਜਾਂਦਾ। ਡਾਕਟਰ ਸਾਹਿਬ ਇਹ ਗੱਲ ਦੱਸਦੇ ਆ ਕਿ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਮੈਂ ਉਹ ਇੰਨਾ ਸਮਾਂ ਰਿਹਾ ਕਿੱਥੇ। ਮੈਨੂੰ ਬਹੁਤ ਅੰਤਾਂ ਦੀ ਭੁੱਖ ਲੱਗੀ ਹੋਈ ਸੀ। ਮੈਨੂੰ ਇਹ ਲੱਗ ਰਿਹਾ ਸੀਗਾ ਕਿ ਮੈਂ ਕਿਸੇ ਬਹੁਤ ਲੰਮੇ ਸਫ਼ਰ ਤੋਂ ਆਇਆ। ਜਦੋਂ ਮੈਂ ਆਪਣੇ ਬੈੱਡ ਤੋਂ ਉੱਠਿਆ ਤਾਂ ਡਾਕਟਰ ਅਤੇ ਨਰਸਾਂ ਸਾਰੇ ਉੱਥੇ ਹੈਰਾਨ ਸੀ ਅਤੇ ਜਦੋਂ ਮੈਂ ਆਪਣੇ ਉਹ ਪਰਿਵਾਰ ਨੂੰ ਉੱਠ ਕੇ ਮਿਲਦਾ ਤਾਂ ਮੇਰਾ ਪਰਿਵਾਰ ਵੀ ਹੈਰਾਨ ਹੁੰਦਾ ਕਿ ਡਾਕਟਰ ਤਾਂ ਕਹਿੰਦੇ ਸੀ ਕਿ ਤੁਸੀਂ ਮਰ ਚੁੱਕੇ ਹੋ, ਤੁਸੀਂ ਜਿਉਂਦੇ ਕਿਵੇਂ ਹੋ ਗਏ, ਕੀ ਪਿੱਛੇ ਦੀ ਸਾਰੀ ਕਹਾਣੀ ਹੈ। ਅਤੇ ਡਾਕਟਰ ਸਾਹਿਬ ਇਹ ਗੱਲ ਵੀ ਕਹਿੰਦੇ ਆ ਕਿ ਉਹ ਹਾਦਸੇ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਡਾਕਟਰ ਸਾਹਿਬ ਕਹਿੰਦੇ ਆ ਕਿ ਉਹ ਹਾਦਸਾ ਹੋਇਆ ਤਾਂ ਫਿਰ ਮੈਂ ਆਪਣੀ ਪੂਰੀ ਜ਼ਿੰਦਗੀ ਹੀ ਬੇਜ਼ਬਾਨ ਪਸ਼ੂ ਪੰਛੀਆਂ ਨੂੰ ਦੇ ਦਿੱਤੀ। ਮੈਂ ਬੇਜ਼ਬਾਨ ਗਊਆਂ ਦੀ ਸੇਵਾ ਕਰਨੀ ਸ਼ੁਰੂ ਕਰਤੀ। ਡਾਕਟਰ ਸਾਹਿਬ ਕਹਿੰਦੇ ਆ ਕਿ ਉਹ ਘਟਨਾ ਨੇ ਮੇਰੀ ਪੂਰੀ ਤਰੀਕੇ ਨਾਲ ਜ਼ਿੰਦਗੀ ਬਦਲ ਕੇ ਰੱਖਤੀ। ਫਿਰ ਮੈਂ ਇਨਸਾਨੀ ਮੋਹ ਮਾਇਆ ਦਾ ਮੋਹ ਛੱਡ ਕੇ ਮੈਂ ਆਪਣੀ ਪੂਰੀ ਜ਼ਿੰਦਗੀ ਬੇਜ਼ਬਾਨ ਗਊਆਂ 'ਤੇ ਨਿਸ਼ਾਵਰ ਕਰਤੀ। ਅੱਜ ਡਾਕਟਰ ਸਾਹਿਬ ਗਊਸ਼ਾਲਾ ਦੇ ਵਿੱਚ ਮੁਫਤ ਦੇ ਵਿੱਚ ਸੇਵਾ ਕਰਦੇ ਆ ਅਤੇ ਡਾਕਟਰ ਸਾਹਿਬ ਰਿਟਾਇਰਡ ਵੈਟਰਨਰੀ ਆਫਿਸਰ ਨੇ। ਬਹੁਤ ਸਾਰੀਆਂ ਘਟਨਾਵਾਂ ਤੁਸੀਂ ਸੁਣੀਆਂ ਹੋਣਗੀਆਂ ਕਿ ਬੰਦਾ ਮਰ ਕੇ ਜਿਉਂਦਾ ਹੋ ਗਿਆ ਜਾਂ ਮਰਿਆ ਹੋਇਆ ਉੱਠ ਖੜਿਆ। ਉਹ ਘਟਨਾਵਾਂ ਦੇ ਵਿੱਚ ਬਹੁਤ ਸਾਰੇ ਲੋਕ ਇਹ ਕਹਿੰਦੇ ਹੁੰਦੇ ਆ ਕਿ ਇਹ ਅਨਪੜ੍ਹਤਾ ਜਾਂ ਇਹ ਆ, ਪਰ ਡਾਕਟਰ ਸਾਹਿਬ ਤਾਂ ਬਹੁਤ ਵੈਲ ਐਜੂਕੇਟਡ ਨੇ, ਵੈਟਰਨਰੀ ਡਾਕਟਰ ਰਿਟਾਇਰਡ ਨੇ। ਕੀ ਪਿੱਛੇ ਦੀ ਸਾਰੀ ਕਹਾਣੀ ਰਹਿੰਦੀ ਹੈ, ਕਿਵੇਂ ਇਹਨਾਂ ਨੂੰ ਇਹ ਲਿਵ ਲੱਗਦੀ ਹੈ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਇਹ ਸਾਰਾ ਮੋਹ ਮਾਇਆ ਕੁਛ ਨਹੀਂ ਹੈਗੀ, ਮੈਂ ਆਪਣੀ ਜ਼ਿੰਦਗੀ ਕਿਵੇਂ ਇਹਨਾਂ ਪਸ਼ੂ ਪੰਛੀਆਂ ਨੂੰ ਬੇਜ਼ਬਾਨ ਗਊਆਂ ਨੂੰ ਦੇ ਦਾਂ, ਇਹ ਕਿਵੇਂ ਸੋਚਦੇ ਆ। ਡਾਕਟਰ ਸਾਹਿਬ ਕਹਿੰਦੇ ਆ ਕਿ ਜੇ ਮੇਰੀ ਜ਼ਿੰਦਗੀ ਬਚੀ ਆ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਪਹਿਲਾਂ ਵੀ ਵੈਟਰਨਰੀ ਡਾਕਟਰ ਸੀ, ਮੈਂ ਪਤਾ ਨਹੀਂ ਕਿੰਨੇ ਕੁ ਬੇਜ਼ਬਾਨਾਂ ਦੀ
ਉਦੋਂ ਜਾਨ ਬਚਾਈ ਹੋਊਗੀ ਤੇ ਪ੍ਰਮਾਤਮਾ ਨੇ ਮੇਰੀ ਵੀ ਜਾਨ ਬਚਾ ਲਈ ਤੇ ਉਹਨਾਂ ਦੀਆਂ ਹੀ ਦਵਾਵਾਂ ਮੈਨੂੰ ਲੱਗੀਆਂ ਨੇ ਜਿਹਦੇ ਕਰਕੇ ਮੇਰੀ ਜ਼ਿੰਦਗੀ ਵਾਪਸ ਮੈਨੂੰ ਪ੍ਰਮਾਤਮਾ ਨੇ ਮੋੜੀ ਹੈ। ਤੇ ਅੱਜ ਡਾਕਟਰ ਸਾਹਿਬ 12 ਵਜੇ ਆਪਣੇ ਘਰ ਤੋਂ ਦੁਪਹਿਰੇ ਆ ਜਾਂਦੇ ਆ ਤੇ 5-6 ਵਜੇ ਤੱਕ ਗਊਸ਼ਾਲਾ ਦੇ ਵਿੱਚ ਬੇਜ਼ੁਬਾਨ ਡੰਗਰਾਂ ਪਸ਼ੂਆਂ ਦੀ ਸੇਵਾ ਕਰਦੇ ਆ, ਮੁਫਤ ਦੇ ਵਿੱਚ ਉਹਨਾਂ ਦਾ ਇਲਾਜ ਕਰਦੇ ਆ। ਕੀ ਪਿੱਛੇ ਦੀ ਸਾਰੀ ਕਹਾਣੀ ਡਾਕਟਰ ਚਮਨ ਲਾਲ ਗਰਗ ਦੀ ਹੈ। ਅੱਜ ਮੇਰੇ ਨਾਲ ਡਾਕਟਰ ਸਾਹਿਬ ਮੌਜੂਦ ਨੇ, ਪੂਰੀ ਗੱਲਬਾਤ ਉਹ ਘਟਨਾ ਤੇ ਵੀ ਕਰਾਂਗੇ ਤੇ ਕਿਵੇਂ ਉਹ ਘਟਨਾ ਇਹਨਾਂ ਦੀ ਜ਼ਿੰਦਗੀ ਬਦਲਦੀ ਹੈ ਉਹਦੇ ਤੇ ਵੀ ਗੱਲਬਾਤ ਕਰਾਂਗੇ। ਮੇਰੇ ਨਾਲ ਡਾਕਟਰ ਸਾਹਿਬ ਮੌਜੂਦ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਘੈਂਟ ਪੰਜਾਬੀ ਤੇ। ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ ਜਨਾਬ ਦਾ ਇੱਥੇ ਆਉਣ ਤੇ। ਠੀਕ ਹੋ ਤੁਸੀਂ? ਹਾਂ, ਮੈਂ ਬਿਲਕੁਲ ਠੀਕ ਹਾਂ। ਮੈਂ ਡਾਕਟਰ ਚਮਨ ਲਾਲ ਗਰਗ ਬਤੌਰ ਵੈਟਰਨਰੀ ਅਫਸਰ 1985 'ਚ ਮਹਿਕਮਾ ਜੁਆਇਨ ਕੀਤਾ ਅਤੇ ਬਤੌਰ 2018 ਦੇ ਵਿੱਚ ਮੈਂ ਬਤੌਰ ਵੈਟਰਨਰੀ ਅਫਸਰ ਹੀ ਰਿਟਾਇਰ ਹੋਇਆ ਪਰ ਪੰਜਾਬ ਪਸ਼ੂ ਪਾਲਣ ਵਿਭਾਗ ਤੋਂ। ਉਸ ਤੋਂ ਬਾਅਦ ਮੇਰੇ ਨਾਲ ਜਿਹੜੀ ਇਹ ਘਟਨਾ ਵਾਪਰੀ, ਇਹ ਜਨਵਰੀ 19 ਦੇ ਵਿੱਚ ਮੈਨੂੰ ਹਾਰਟ ਅਟੈਕ ਦੀ ਪ੍ਰੋਬਲਮ ਆਈ ਤਾਂ ਫਿਰ ਮੈਨੂੰ ਇਹ ਮੇਰੇ ਨਾਲ ਜਿਹੜੀ ਘਟਨਾ ਵਾਪਰੀ। ਅੱਛਾ ਡਾਕਟਰ ਸਾਹਿਬ, ਉਹ ਕੀ ਕਹਾਣੀ ਰਹਿੰਦੀ ਆ? ਤੁਸੀਂ ਦੱਸਦੇ ਹੋ ਕਿ ਤੁਹਾਨੂੰ ਬੇਜ਼ੁਬਾਨ ਪਸ਼ੂ ਪੰਛੀਆਂ ਨਾਲ ਸ਼ੁਰੂ ਤੋਂ ਹੀ ਪਿਆਰ ਸੀਗਾ ਤੇ ਤਾਂ ਹੀ ਤੁਸੀਂ ਇਹ ਮਹਿਕਮਾ ਚੁਣਿਆ। ਮੈਨੂੰ ਇਹ ਲਗਨ ਤਾਂ ਸ਼ੁਰੂ ਤੋਂ ਹੀ ਸੀ, ਪਰ ਮੈਨੂੰ ਆਈ ਨਹੀਂ ਸੀ ਵੀ ਮੈਂ ਇੱਕ ਬਤੌਰ ਵੈਟਰਨਰੀ ਡਾਕਟਰ ਬਣ ਕੇ ਵੀ ਮੈਂ ਇਸ ਸੇਵਾ ਦੇ ਵਿੱਚ ਇੰਨਾ ਜ਼ਿਆਦਾ ਖੁੱਭ ਜਾਊਂਗਾ ਕਿ ਜਿੰਨਾ ਕਿ ਮੈਂ ਹੁਣ ਖੋਵਿਆ ਵਾ। ਕਦੇ ਮੈਂ ਇਹ ਸੋਚਿਆ, ਖਾਬ ਜ਼ਰੂਰ ਲੈਂਦਾ ਸੀ ਵੀ ਮੈਂ ਇੱਕ ਬਹੁਤ ਹੀ ਬੇਸਹਾਰਾ ਤੇ ਬੇਜਵਾਨ ਗਊਆਂ ਦਾ ਇਲਾਜ ਕਰਨਾ ਮੈਨੂੰ ਚੰਗਾ ਤਾਂ ਬਹੁਤ ਲੱਗਦਾ ਹੈ, ਪਰ ਹੁਣ ਤਾਂ ਇਹ ਮੇਰਾ ਇੱਕ ਪੈਸ਼ਨ ਬਣ ਗਿਆ ਹੈ। ਅੱਛਾ ਡਾਕਟਰ ਸਾਹਿਬ, ਉਹ ਕੀ ਘਟਨਾ ਹੁੰਦੀ ਹੈ ਕਿ ਉਹ ਘਟਨਾ ਤੁਹਾਡੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ? ਕਿਹੜੇ ਸਾਲ ਦੀ ਉਹ ਘਟਨਾ ਤੇ ਹੁੰਦਾ ਕੀ ਆ? ਜਨਵਰੀ 2019 ਦੇ ਵਿੱਚ ਰਾਤ ਨੂੰ ਮੈਨੂੰ 11 ਕੁ ਵਜੇ ਤਕਲੀਫ ਹੁੰਦੀ ਹੈ ਕਿ ਮੈਨੂੰ ਇਹ ਲੱਗਣ ਲੱਗ ਜਾਂਦਾ ਵੀ ਮੈਥੋਂ ਮੇਰੇ ਦੋਨੇ ਮੋਢਿਆਂ ਦੇ ਵਿੱਚ ਤੇ ਮੇਰੀ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਤਾਂ ਮੈਂ ਆਪਦੇ ਬੱਚਿਆਂ ਨੂੰ ਦੱਸਿਆ ਵੀ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੈ। ਉਹ ਮੈਨੂੰ ਨਾਲ ਦੀ ਨਾਲ ਹੀ ਕਿਸੇ ਪ੍ਰਾਈਵੇਟ ਹਸਪਤਾਲ, ਹਾਰਟ ਹਸਪਤਾਲ ਚਲੇ ਗਏ। ਉੱਥੇ ਜਾ ਕੇ ਜਦੋਂ ਡਾਕਟਰ ਸਾਹਿਬ ਨੇ ਮੈਨੂੰ ਚੈੱਕ ਕੀਤਾ, ਉਹ ਕਹਿੰਦੇ ਵੀ ਤੁਹਾਡਾ ਜਿਹੜਾ ਮਰੀਜ਼ ਹੈ, ਡਾਕਟਰ ਸਾਹਿਬ ਦੀ ਜਿਹੜੀ ਹਾਲਤ ਹੈ ਬਹੁਤ ਮੰਦੀ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਬਚਣਗੇ, ਪਰ ਜੇ ਤੁਸੀਂ ਇਹਨਾਂ ਨੂੰ ਕਿਤੇ ਲਿਜਾਣਾ ਚਾਹੁੰਦੇ ਹੋ ਤਾਂ ਲਿਜਾ ਵੀ ਸਕਦੇ ਹੋ, ਪਰ ਮੇਰੇ ਵੱਲੋਂ ਇਹ ਇੱਕ ਤਰ੍ਹਾਂ ਦੇ ਸਮਝ ਲਓ ਦੁਨੀਆ ਤੋਂ ਜਾ ਚੁੱਕੇ ਹਨ, ਵੀ ਇਹ ਖਤਮ ਨੇ। ਅੱਛਾ, ਡਾਕਟਰਾਂ ਨੇ ਤੁਹਾਨੂੰ ਜਵਾਬ ਦੇ ਦਿੱਤਾ ਸੀਗਾ? ਬਿਲਕੁਲ। ਮੇਰੇ ਬੱਚੇ ਰੋਣ ਲੱਗ ਗਏ ਸੀ, ਮੇਰੀ ਬੇਟੀ ਤੇ ਮੇਰਾ ਬੇਟਾ ਥੱਲੇ ਬੈਠੇ ਸੀ, ਉਹ ਰੋ ਰਹੇ ਸੀ ਵੀ ਸਾਡੇ ਪਾਪਾ ਦੀ ਦੁਨੀਆ ਤੋਂ ਬਰਖਾਸਤ ਹੋ ਚੁੱਕੇ। ਅੱਛਾ, ਵੀ ਫਾਦਰ ਸਾਹਿਬ ਦੀ ਡੈਥ ਹੋ ਗਈ। ਅੱਛਾ, ਇਹ ਖਬਰ ਡਾਕਟਰ ਤੁਹਾਡੇ ਵਾਈਫ ਨੂੰ ਦੱਸਦੇ ਜਾਂ ਤੁਹਾਡੇ ਬੱਚਿਆਂ ਨੂੰ ਦੱਸਦੇ ਆ ਕਿ ਤੁਹਾਡੇ? ਮੇਰੀ ਵਾਈਫ ਉਸ ਵੇਲੇ ਘਰ ਸੀ, ਮੇਰੇ ਬੱਚੇ ਵੀ ਹਸਪਤਾਲ ਦੇ ਥੱਲੇ ਬੈਠੇ ਸਨ। ਅੱਛਾ, ਡਾਕਟਰ ਕੀ ਕਹਿੰਦੇ ਉਹਨਾਂ ਨੂੰ? ਵੀ ਤੁਹਾਡੇ ਪਿਤਾ ਜੀ ਦੀ ਮਤਲਬ ਸਮਝ ਲਓ ਮੌਤ ਹੋ ਚੁੱਕੀ ਹੈ। ਅੱਛਾ, ਡਾਕਟਰ ਇਹ ਕਹਿੰਦੇ ਹੁੰਦੇ ਆ ਡਾਕਟਰ ਤਾਂ ਰੱਬ ਆ, ਵੀ ਜੋ ਡਾਕਟਰ ਨੇ ਕਹਿਤਾ ਉਹ ਸਹੀ ਰਿਪੋਰਟ ਹੁੰਦੀ ਆ। ਪਰ ਉਹ ਜਿਸ ਵੇਲੇ ਮੈਨੂੰ ਲੈ ਕੇ ਗਏ ਸੀ ਉਸ ਵੇਲੇ ਮੇਰੀ ਹਾਲਤ ਹੀ ਇੰਨੀ ਕਿ ਜ਼ਿਆਦਾ ਖਰਾਬ ਸੀ ਕਿ ਡਾਕਟਰ ਸਾਹਿਬ ਨੂੰ ਇਹ ਲੱਗ ਰਿਹਾ ਸੀ ਵੀ ਸ਼ਾਇਦ ਮੈਂ ਇਹਨਾਂ ਨੂੰ ਜੇ ਕੁਝ ਨਾ ਦੱਸਿਆ ਜਾਂ ਉਸ ਤੋਂ ਬਾਅਦ ਕੋਈ ਗੱਲ ਹੋ ਜਾਂਦੀ ਹੈ ਤਾਂ ਕੱਲ ਨੂੰ ਇਹ ਮੇਰੇ ਨੂੰ ਕੁਝ ਕਹਿਣ ਨਾ। ਮੈਂ ਇਹਨਾਂ ਨੂੰ ਪਹਿਲਾਂ ਹੀ ਦੱਸ ਦਿੰਦਾ ਵੀ ਜਦੋਂ ਤੁਸੀਂ ਮੇਰੇ ਕੋਲ ਆਏ ਹੋ ਉਸ ਵੇਲੇ ਇਹਨਾਂ ਦਾ ਜਿਹੜਾ ਜ਼ਿੰਦਗੀ ਦਾ ਯਾਤਰਾ ਉਹ ਖਤਮ ਹੋ ਚੁੱਕੀ ਹੈ। ਅੱਛਾ, ਡਾਕਟਰਾਂ ਨੇ ਹੱਥ ਖੜੇ ਕਰਤੇ ਕਿ ਇਹ ਬੰਦਾ ਖਤਮ ਆ। ਅੱਛਾ, ਫਿਰ ਡਾਕਟਰ ਸਾਹਿਬ ਉਦੋਂ ਬਾਅਦ ਤੁਹਾਡੇ ਤੁਸੀਂ ਦੱਸਦੇ ਹੋ ਕਿ ਬੱਚੇ ਰੋਣ ਲੱਗ ਗਏ ਉੱਥੇ ਹਸਪਤਾਲ ਦੇ ਥੱਲੇ ਬਹਿ ਕੇ, ਤੁਹਾਡੇ ਬੱਚੇ ਰੋਣ ਲੱਗ ਗਏ। ਡਾਕਟਰ ਸਾਹਿਬ ਨੇ ਮੈਨੂੰ ਇਹ ਕਿਹਾ ਵੀ ਮੈਂ ਇੱਕ ਟਰਾਈ ਕਰ ਲੈਣਾ ਵੀ ਸ਼ਾਇਦ ਜੇ ਕੋਈ ਇਹਦੀ ਜ਼ਿੰਦਗੀ 'ਚ ਲਿਖਿਆ ਹੋਇਆ ਮੋੜ ਪੈਣਾ ਹੋਇਆ ਜਾਂ ਇਹਨੇ ਬਚਣਾ ਹੋਇਆ ਤਾਂ ਹੋ ਸਕਦਾ, ਨਹੀਂ ਮੇਰੇ ਵੱਲੋਂ ਮੇਰੇ ਹੱਥ ਖੜੇ ਨੇ, ਮੇਰੇ ਵੱਲੋਂ ਜਵਾਬ ਹੈ ਵੀ ਇਹ ਬੰਦਾ ਖਤਮ ਆ। ਬਿਲਕੁਲ। ਅੱਛਾ, ਤੁਹਾਡੇ ਬੱਚੇ ਉੱਥੇ ਬੈਠ ਕੇ ਰੋਣ ਲੱਗ ਜਾਂਦੇ? ਬਿਲਕੁਲ, ਮੇਰੇ ਬੱਚੇ ਰੋਣ ਲੱਗ ਪੈਂਦੇ ਨੇ। ਫਿਰ ਉਸ ਤੋਂ ਬਾਅਦ ਡਾਕਟਰ ਕੀ ਕਰਦੇ ਆ? ਤੁਸੀਂ ਦੱਸਦੇ ਹੋ ਕਿ ਡਾਕਟਰ ਤੁਹਾਨੂੰ ICU 'ਚ ਲੈ ਜਾਂਦੇ ਆ, ਤੁਹਾਡੇ ਉੱਪਰ ਇੱਕ ਚਿੱਟਾ ਕੱਪੜਾ ਹੁੰਦਾ ਜਿਹੜਾ ਉਹ ਤੁਹਾਡੇ ਮੂੰਹ ਤੇ ਵੀ ਪਾ ਦਿੰਦੇ? ਹਾਂ, ਬਸ ਉਸ ਤੋਂ ਬਾਅਦ ਉਹ ਕਹਿੰਦੇ ਮੈਂ ਟਰਾਈ ਕਰ ਲੈਣਾ। ਮੈਨੂੰ ਫਿਰ 1 ਘੰਟਾ ਰੱਖਿਆ ਗਿਆ। ਉਸ ਤੋਂ ਬਾਅਦ ਮੈਨੂੰ ਲਿਆ ਕੇ ICU 'ਚ ਪਾਤਾ ਤੇ ਮੈਨੂੰ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ, ਮੈਨੂੰ ਉਹ ਰਾਤ ਬਿਲਕੁਲ ਕੁਝ ਵੀ ਨਹੀਂ ਯਾਦ ਵੀ ਮੇਰੇ ਨਾਲ ਕੀ ਵਾਪਰਿਆ, ਕੀ ਮੇਰਾ ਇਲਾਜ ਹੋਇਆ, ਕਿਉਂਕਿ ਮੈਂ ਉਸ ਬਿਲਕੁਲ ਇੱਕ ਤਰ੍ਹਾਂ ਦਾ ਹੀ ਲਾ ਲਓ ਵੀ ਖਤਮ ਹੋ ਚੁੱਕਿਆ ਸੀ ਤੇ ਨਾ ਹੀ ਮੈਨੂੰ ਪਤਾ ਲੱਗ ਰਿਹਾ ਸੀ ਵੀ ਮੇਰੇ ਨਾਲ ਕੀ ਹੋ ਰਿਹਾ। ਤੇ ਮੈਨੂੰ ਉਸ ਤੋਂ ਬਾਅਦ ਸਵੇਰੇ 5:30 ਤੋਂ 6 ਦੇ ਵਿਚਾਲੇ ਮੈਨੂੰ ਕੁਝ ਲੱਗਿਆ ਵੀ ਮੈਂ ਕੁਝ ਠੀਕ ਠਾਕ ਹਾਂ। ਅੱਛਾ ਡਾਕਟਰ ਸਾਹਿਬ, ਉਹ ਤੁਸੀਂ ਦੱਸਦੇ ਹੋ ਕਿ 12 ਵਜੇ ਤੁਹਾਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ, ਰਾਤ ਦੇ 12 ਵਜੇ, ਤੇ ਉਹ ਡਾਕਟਰ ਕਿੰਨੇ ਵਜੇ ਜਵਾਬ ਦੇ ਦਿੰਦੇ ਆ ਕਿ ਬੰਦਾ ਖਤਮ? ਬਸ ਉਹ ਤਾਂ ਜਦੋਂ ਮੈਂ ਪਹੁੰਚਿਆ ਉਦੋਂ ਸਮਝ ਲਓ ਅੱਧੇ ਪੌਣੇ ਘੰਟੇ ਬਾਅਦ ਹੀ ਵੀ ਮੇਰੇ ਵਾਸਤੇ ਰੋਗ ਨਹੀਂ ਹੈ,
ਤੁਸੀਂ ਇਹਨੂੰ ਕਿਤੇ ਲਿਜਾਣਾ ਚਾਹੁੰਦੇ ਤਾਂ ਲੈ ਜਾਓ, ਮੇਰੇ ਵੱਲੋਂ ਇਹ ਖਤਮ ਨੇ। ਅੱਛਾ, ਡਾਕਟਰ ਦੱਸ ਦਿੰਦੇ ਆ, ਫਿਰ ਉਹ ਵਕਤ ਦੇ ਵਿੱਚ ਤੁਸੀਂ ਕੀ ਦੇਖਦੇ ਹੋ? ਡਾਕਟਰ ਕਹਿ ਦਿੰਦੇ ਕਿ ਬੰਦਾ ਖਤਮ ਹੈ, ਤੁਸੀਂ ਆਈਸੀਯੂ ਦੇ ਵਿੱਚ ਮੂੰਹ ਤੇ ਥੋੜੀ ਚਿੱਟੀ ਚਾਦਰ ਪਾ ਦਿੰਦੇ ਕਿ ਬੰਦਾ ਖਤਮ ਹੈ। ਡਾਕਟਰਾਂ ਹਸਪਤਾਲ ਦੇ ਵਿੱਚ ਇਹ ਅਕਸਰ ਗੱਲ ਹੁੰਦੀ ਹੈ ਕਿ ਜਦੋਂ ਬੰਦਾ ਖਤਮ ਹੋ ਜੇ ਤਾਂ ਉਹਦੇ ਮੂੰਹ ਤੇ ਚਿੱਟੀ ਚਾਦਰ ਪਾ ਦਿੱਤੀ ਉਹ ਸਿਰਫ ਡਾਕਟਰ ਸਾਹਿਬ ਮੇਰੇ ਕੁਝ ਬਹੁਤ ਹੀ ਜ਼ਿਆਦਾ ਨਜ਼ਦੀਕੀ ਰਿਸ਼ਤੇਦਾਰ ਵੀ ਨੇ, ਮੇਰੇ ਦੋਸਤ ਵੀ, ਉਹ ਕਹਿੰਦੇ ਮੈਂ ਇੱਕ ਟਰਾਈ ਜ਼ਰੂਰ ਕਰਕੇ ਦੇਖੂੰਗਾ ਵੀ ਜੇ ਪਰਮਾਤਮਾ ਨੇ ਕੁਝ ਲਿਖਿਆ ਹੋਇਆ ਤਾਂ ਇਹ ਬੰਦਾ ਠੀਕ ਵੀ ਹੋ ਸਕਦਾ, ਪਰ ਮੈਂ ਤੁਹਾਨੂੰ ਗਰੰਟੀ ਕਿਸੇ ਚੀਜ਼ ਦੀ ਨਹੀਂ ਹੈ, ਤੇ ਤੁਸੀਂ ਆਪਦਾ ਜੇ ਕਿਤੇ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ, ਮੇਰੇ ਵੱਲੋਂ ਜਵਾਬ ਹੈ। ਅੱਛਾ, ਉਹਨਾਂ ਨੇ ਜਵਾਬ ਦਿੱਤਾ। ਅੱਛਾ, ਉਦੋਂ ਬਾਅਦ ਦਾ ਸਫ਼ਰ ਤੁਹਾਨੂੰ ਪਤਾ, ਤੁਸੀਂ ਦੱਸਦੇ ਹੋ, ਮੈਂ ਇੱਕ ਇੰਟਰਵਿਊ ਤੁਹਾਡੀ ਪਹਿਲਾਂ ਵੀ ਦੇਖੀ, ਤੁਹਾਨੂੰ ਲੱਗਿਆ ਕਿ ਤੁਹਾਡੇ ਸਰੀਰ 'ਚੋਂ ਕੁਝ ਨਿਕਲਿਆ? ਬਿਲਕੁਲ, ਜਦੋਂ ਮੈਂ ਸਵੇਰੇ ਉੱਠਿਆ ਤਾਂ ਮੈਨੂੰ ਲੱਗਿਆ ਵੀ ਮੈਂ ਬਹੁਤ ਜ਼ਿਆਦਾ ਕੋਈ ਲੰਬਾ ਸਫ਼ਰ ਹਜ਼ਾਰਾਂ ਲੱਖਾਂ ਕਿਲੋਮੀਟਰ ਦਾ ਤੈਅ ਕਰਕੇ ਆਇਆ ਵਾਂ, ਪਰ ਉਹ ਮੈਂ ਠੀਕ ਠਾਕ ਹਾਂ। ਮੈਂ ਜਦੋਂ ਦੇਖਿਆ ਵੀ ਮੈਂ ਕਿੱਥੇ ਆ, ਫਿਰ ਮੈਂ ਫੀਲ ਕੀਤਾ ਵੀ ਮੈਂ ਤਾਂ ਹਸਪਤਾਲ ਦੇ ਵਿੱਚ ਹਾਂ। ਮੈਂ ਫਿਰ ਜਦੋਂ ਚਾਦਰ ਪਾਸੇ ਕਰਕੇ ਮੈਂ ਕਿਹਾ ਯਾਰ ਤੁਸੀਂ ਮੈਨੂੰ ਕੁਝ ਖਾਣ ਪੀਣ ਨੂੰ ਦੇ ਸਕਦੇ ਹੋ? ਕਹਿੰਦੇ ਕਿਉਂ? ਮੈਂ ਕਿਹਾ ਮੈਨੂੰ ਭੁੱਖ ਬਹੁਤ ਲੱਗੀ ਹੈ। ਉਹ ਕਹਿੰਦੇ ਤੈਨੂੰ ਭੁੱਖ ਲੱਗੀ ਹੈ? ਯਾਰ ਇਹ ਤਾਂ ਹੈਰਾਨੀਜਨਕ ਗੱਲ ਹੈ ਵੀ ਇੱਕ ਬੰਦਾ ਜਿਹਨੂੰ ਰਾਤ ਨੂੰ ਡਾਕਟਰ ਨੇ ਜਵਾਬ ਦਿੱਤਾ, ਹੁਣ ਕਹਿੰਦਾ ਮੈਨੂੰ ਭੁੱਖ ਲੱਗੀ ਹੈ। ਤੇ ਉਹ ਬੜੀ ਹੈਰਾਨੀਜਨਕ ਨਾਲ ਮੈਨੂੰ ਦੇਖਣ ਲੱਗ ਗਏ। ਮੈਂ ਕਿਹਾ ਤੁਸੀਂ ਦੇਖਣਾ ਦਿਖਾਉਣ ਵਾਲਾ ਕੰਮ ਬਾਅਦ 'ਚ ਕਰਿਓ, ਪਹਿਲਾਂ ਮੈਨੂੰ ਕੁਝ ਖਾਣ ਪੀਣ ਨੂੰ ਦੇ ਦਿਓ। ਅੱਛਾ, ਕਿੰਨੇ ਵਜੇ ਤੁਸੀਂ ਉਹ ਸਫ਼ਰ ਤੋਂ ਵਾਪਸ ਆਉਂਦੇ ਹੋ? ਤੁਸੀਂ ਦੱਸਦੇ ਹੋ ਕਿ ਉਹ ਇੱਕ ਸਫ਼ਰ ਹੀ ਸੀ। ਹਾਂ, ਉਹ ਤੁਸੀਂ ਲਾ ਲਓ ਵੀ ਅੰਦਾਜ਼ਾ ਕਿ ਮੈਨੂੰ 6 ਘੰਟੇ ਮੈਂ ਬਿਲਕੁਲ ਦੁਨੀਆ ਤੋਂ ਅਲੱਗ ਦੁਨੀਆ ਦੇ ਵਿੱਚ ਸੀ। ਅੱਛਾ, ਜਦੋਂ ਤੁਸੀਂ ਉਹ ਇੱਕੋ ਦਮ ਉੱਠ ਕੇ ਕਹਿ ਦਿੰਦੇ ਹੋ ਡਾਕਟਰ ਨਰਸਾਂ ਨੂੰ ਕਿ ਮੈਨੂੰ ਖਾਣ ਨੂੰ ਦਿਓ, ਉਹ ਹੈਰਾਨ ਹੁੰਦੇ ਆ ਵੀ ਇਹਨੂੰ ਤਾਂ ਅਸੀਂ ਰਾਤ ਡੈਡ ਡਿਕਲੇਅਰ ਕਰਤਾ ਸੀ? ਬਿਲਕੁਲ, ਉਹਨਾਂ ਨੂੰ ਬਹੁਤ ਇੱਕ ਹੈਰਾਨੀਜਨਕ ਹੈ ਵੀ ਇਹ ਬੰਦਾ ਕਿਸ ਤਰ੍ਹਾਂ। ਫਿਰ ਉਹਨਾਂ ਨੂੰ ਲੱਗਿਆ, ਕੁਛ ਉਹਨਾਂ ਨੂੰ ਮੇਰੇ ਬਾਰੇ ਪਤਾ ਸੀ ਵੀ ਡਾਕਟਰ ਸਾਹਿਬ ਗਊ ਸੇਵਾ ਤਾਂ ਕਰਦੇ ਹੈ, ਪਰ ਇਹ ਗਊ ਸੇਵਾ ਇਸ ਤਰ੍ਹਾਂ ਵੀ ਰੰਗ ਲਿਆ ਸਕਦੀ ਹੈ। ਇਹ ਫਿਰ ਉਹਨਾਂ ਨੂੰ ਇੱਕ ਬਹੁਤ ਹੈਰਾਨੀਜਨਕ ਵਿਸ਼ਾ ਲੱਗਿਆ ਵੀ ਇਸ ਤਰ੍ਹਾਂ ਕਿਸ ਤਰ੍ਹਾਂ ਹੋਇਆ। ਫਿਰ ਉਹ ਕਹਿੰਦੇ ਵੀ ਜਿਹੜੀ ਗਊ ਸੇਵਾ ਹੈ, ਇਹ ਜੇ ਕੋਈ ਬੰਦਾ ਦੁਨੀਆ ਦੇ ਵਿੱਚ, ਅੱਜ ਵੀ ਮੈਂ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਚਾਹੁੰਦਾ ਵੀ ਜਿਹੜਾ ਅਸੀਂ ਹਿੰਦੂ ਧਰਮ ਦੇ ਵਿੱਚ ਪੜ੍ਹਿਆ ਵੀ 33 ਕਰੋੜ ਦੇਵੀ ਦੇਵਤੇ ਨੇ, ਇਹ ਵਾਕਿਆ ਹੀ ਇਸ ਗਊ ਦੇ ਵਿੱਚ ਹਨ। ਜਿਹੜਾ ਬੰਦਾ ਇਸ ਦੀ ਸੇਵਾ ਕਰਦਾ ਉਹ ਕਦੇ ਵੀ ਵਿਅਰਥ ਨਹੀਂ ਜਾਂਦੀ। ਅੱਛਾ ਡਾਕਟਰ ਸਾਹਿਬ, ਇਹ ਦੱਸਿਓ ਉਹ ਵਕਤ ਦਾ ਮਾਹੌਲ ਕੀ ਬਣਦਾ ਗਾ ਜਦੋਂ ਬੱਚੇ ਬਾਹਰ ਬੈਠੇ ਰੋ ਰਹੇ ਹੁੰਦੇ ਆ ਕਿ ਪਿਓ ਪੂਰਾ ਹੋ ਗਿਆ, ਡਾਕਟਰ ਵੀ ਕਹਿ ਦਿੰਦੇ ਆ ਕਿ ਇਹ ਡੈਡ ਆ ਬੰਦਾ? ਉਹ ਵਕਤ ਦਾ ਮਾਹੌਲ ਕੀ ਬਣਦਾ ਜਦੋਂ ਇੱਕੋ ਦਮ ਬੰਦਾ ਜਾਗ ਚ ਖੁੱਲਦੀ ਆ ਜਾਂ ਇੱਕੋ ਦਮ ਬੰਦਾ ਪਿਆ ਉੱਠ ਖੜਦਾ ਗਾ? ਉਹ ਵਕਤ ਕੀ ਮਾਹੌਲ ਬਣਦਾ ਤੁਹਾਡੇ ਬੱਚਿਆਂ ਦਾ ਤੇ ਡਾਕਟਰਾਂ ਦਾ? ਉਸ ਮਾਹੌਲ ਦੇ ਬਾਰੇ ਤਾਂ ਜੇ ਮੈਂ ਤੁਹਾਨੂੰ ਦੱਸਣਾ ਚਾਹਾਂ, ਮੈਂ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਕਰ ਸਕਦਾ। ਮੈਂ ਖੁਦ ਨਹੀਂ ਬਿਆਨ ਕਰ ਸਕਦਾ। ਮੇਰੇ ਬੱਚਿਆਂ ਨੂੰ ਤਾਂ ਮੈਂ ਜਦੋਂ ਪੁੱਛਦਾ ਸੀ ਤਾਂ ਉਹ ਰੋ ਰੋ ਕੇ ਮੈਨੂੰ ਉਹ ਸਟੋਰੀ ਸੁਣਾਉਂਦੇ ਸੀ ਵੀ ਪਾਪਾ ਤੁਸੀਂ ਦੁਨੀਆ ਤੋਂ ਜਾ ਚੁੱਕੇ ਸੀ, ਸਾਨੂੰ ਤਾਂ ਇਹ ਸੀ ਵੀ ਤੁਹਾਨੂੰ ਅਸੀਂ ਸਵੇਰੇ ਲੈ ਕੇ ਜਾਵਾਂਗੇ ਘਰੇ, ਹੁਣ ਨਹੀਂ ਤੁਹਾਨੂੰ ਲਿਜਾ ਸਕਦੇ। ਤਾਂ ਮੈਂ ਹੈਰਾਨ ਸੀ ਵੀ ਉਹ ਗਊ ਮਾਤਾ ਜਿਹਨੂੰ ਮੈਂ ਅੱਜ ਤੱਕ ਇਹ ਸਮਝਦਾ ਰਿਹਾ ਸੀ ਵੀ ਇਲਾਜ ਕਰਨਾ ਇੱਕ ਵੈਟਰਨਰੀ ਡਾਕਟਰ ਦਾ ਫਰਜ਼ ਹੈ, ਪਰ ਇਹਦਾ ਫਲ ਐਡਾ ਮਿੱਠਾ ਹੈ, ਇਹ ਮੈਨੂੰ ਉਦੋਂ ਬਾਅਦ ਹੀ ਪਤਾ ਲੱਗਿਆ। ਨਹੀਂ, ਉਦੋਂ ਬੱਚੇ ਖੁਸ਼ ਹੋਏ ਜਦੋਂ ਤੁਸੀਂ ਉਹ ਆਈਸੀਯੂ ਚੋਂ ਬਾਹਰ ਆਏ? ਬੱਚਿਆਂ ਦੀ ਖੁਸ਼ੀ ਦਾ ਟਿਕਾਣਾ ਤਾਂ ਮੈਂ ਤੁਹਾਨੂੰ ਐਂ ਦੱਸ ਹੀ ਨਹੀਂ ਸਕਦਾ ਵੀ ਮੇਰੇ ਬੱਚੇ ਕਿੰਨਾ ਕੁ ਖੁਸ਼ ਹੋਏ, ਕੀ ਉਹਨਾਂ ਨੂੰ ਲੱਗਿਆ, ਕਿ ਉਹ ਸਾਰੀ ਰਾਤ ਕਿਸ ਤਰ੍ਹਾਂ ਪਰਮਾਤਮਾ ਨੂੰ, ਕਿਸ ਤਰ੍ਹਾਂ ਗਊ ਮਾਤਾ ਨੂੰ ਯਾਦ ਕਰ ਰਹੇ ਸੀ ਵੀ ਜੇ ਤੂੰ ਕਿਤੇ ਗਊ ਮਾਤਾ ਹੈ ਜਾਂ ਤੂੰ ਰੱਬਾ ਕਿਤੇ ਬਚਦਾ ਹੈ ਤਾਂ ਇਸ ਦੁਨੀਆ ਦੇ ਵਿੱਚੋਂ ਸਾਡੇ ਬਾਪੂ ਨੂੰ ਵਾਪਸ ਲੈ ਕੇ ਆ, ਫਿਰ ਅਸੀਂ ਤੈਨੂੰ ਮੰਨਾਂਗੇ ਵੀ ਤੂੰ ਦੁਨੀਆ ਦੇ ਵਿੱਚ ਹੈ ਜਾਂ ਗਊ ਮਾਤਾ ਹੈ। ਅੱਛਾ, ਤੁਸੀਂ ਬਾਹਰ ਆ ਗਏ, ਤੁਹਾਡੇ ਬੱਚੇ ਤੁਸੀਂ ਦੱਸਦੇ ਹੋ ਬਹੁਤ ਖੁਸ਼ ਹੋਏ, ਉਹ ਰੋਣ ਲੱਗ ਗਏ। ਫਿਰ ਉਦੋਂ ਬਾਅਦ ਤੁਹਾਨੂੰ ਬੱਚਿਆਂ ਨੇ ਦੱਸਿਆ ਕਿ ਡੈਡੀ ਅਸੀਂ ਇਹ ਅਰਦਾਸਾਂ ਕੀਤੀਆਂ ਸੀ, ਇਹ ਬੇਨਤੀਆਂ ਕੀਤੀਆਂ ਸੀ, ਪਰ ਇੱਕ ਪਾਸੇ ਅਸੀਂ ਤੁਹਾਡੀ ਸੰਸਕਾਰ ਦਾ ਪੂਰਾ ਇਹ ਤਿਆਰੀ ਵੀ ਕਰ ਲਈ ਸੀ ਕਿ ਹੁਣ ਸੰਸਕਾਰ ਕਰਨਾ ਪਊਗਾ, ਤੜਕੇ 6 ਵਜੇ ਤਾਂ ਸੰਸਕਾਰ ਨਹੀਂ ਹੋ ਸਕਦਾ ਸੀਗਾ, ਵੀ ਇਹ ਵੇਲੇ ਅੱਜ ਅਸੀਂ ਤੁਹਾਡਾ ਸੰਸਕਾਰ ਕਰਨਾ ਸੀ? ਬਿਲਕੁਲ, ਬੱਚੇ ਕਹਿੰਦੇ ਆ ਵੀ ਪਾਪਾ ਬਸ ਅਸੀਂ ਤੁਹਾਨੂੰ ਇਹ ਸੋਚਿਆ ਸੀ ਵੀ ਤੁਹਾਨੂੰ 6-7 ਵਜੇ ਘਰੋਂ ਲੈ ਦਾਂਗੇ, ਜਾਣ ਸਾਰ ਫੋਨ ਕਰ ਦਾਂਗੇ, 12-1 ਵਜੇ ਤੱਕ ਰਿਸ਼ਤੇਦਾਰ ਆ ਜਾਣਗੇ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੀ ਤਿਆਰੀ ਕਰ ਲਾਂਗੇ ਸੰਸਕਾਰ ਦੀ। ਅੱਛਾ, ਇਹ ਸੋਚ ਲਿਆ ਸੀ ਪਰਿਵਾਰ ਨੇ? ਅੱਛਾ, ਫਿਰ ਇੱਕ ਪਾਸੇ ਤਾਂ ਪੂਰਾ ਮਾਤਮ ਵਾਲਾ ਮਾਹੌਲ, ਇੱਕੋ ਦਮ ਇਹ ਸੁਨੇਹਾ ਆ ਜਾਣਾ ਕਿ ਬੰਦਾ ਬਚ ਗਿਆ ਜਾਂ ਤੁਸੀਂ ਉਹਨਾਂ ਦੀ ਅੱਖਾਂ ਸਾਹਮਣੇ ਆ ਕੇ ਖੜੇ ਹੋ ਗਏ। ਬਿਲਕੁਲ। ਤੇ ਫਿਰ ਉਦੋਂ ਪਰਿਵਾਰ ਦਾ ਕਿਹੋ ਜਿਹਾ ਚਾਅ ਸੀਗਾ ਜਦੋਂ ਘਰੇ ਆਪਦੀ ਪਤਨੀ ਨੂੰ ਆ ਕੇ ਮਿਲਦੇ ਹੋ, ਆਪਦੇ ਬੱਚਿਆਂ ਨੂੰ ਆ ਕੇ ਮਿਲਦੇ ਹੋ? ਬਸ ਉਹਦੀ ਖੁਸ਼ੀ ਦਾ ਟਿਕਾਣਾ ਮੈਂ ਤੁਹਾਨੂੰ ਸ਼ਬਦਾਂ 'ਚ ਨਹੀਂ ਬਿਆਨ ਕਰ ਸਕਦਾ। ਉਹਨਾਂ ਨੂੰ ਇਹ ਲੱਗ ਰਿਹਾ ਸੀ ਵੀ
ਸਾਨੂੰ ਰੱਬ ਮਿਲ ਗਿਆ, ਕਿਉਂਕਿ ਜਿਹੜੀ ਮੇਰੀ ਬੇਟੀ ਹੈ ਉਹ ਉਸ ਵੇਲੇ MBBS ਕਰ ਰਹੀ ਸੀ, ਹੁਣ ਉਹ MD ਕਰ ਚੁੱਕੀ ਹੈ। ਤੇ ਉਹਨੂੰ ਐਂ ਲੱਗ ਰਿਹਾ ਸੀ ਵੀ ਦੁਨੀਆ ਦੇ ਵਿੱਚ ਜੇ ਮੇਰਾ ਸਹੀ ਕੋਈ ਸਾਥੀ ਹੈ, ਮੇਰਾ ਬਾਪੂ ਹੈ, ਉਹ ਵਾਪਸ ਆ ਗਿਆ, ਤੇ ਮੈਨੂੰ ਬਸ ਇਹ ਤੋਂ ਵੱਡੀ ਮੇਰੇ ਲਈ ਕੋਈ ਖੁਸ਼ੀ ਨਹੀਂ। ਅੱਛਾ ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਆਪਾਂ ਇੱਥੇ ਚਰਚਾ ਕਰਦੇ ਹਾਂ, ਤੁਸੀਂ ਤਾਂ ਪੜ੍ਹੇ ਲਿਖੇ ਜੀਵ ਹੋ ਇੱਕ, ਹੈ ਨਾ, ਤੁਸੀਂ ਪੜ੍ਹੇ ਲਿਖੇ ਪ੍ਰਾਣੀ ਹੋ, ਤੁਸੀਂ ਵੈਲ ਐਜੂਕੇਟਡ ਹੋ, ਵੈਲ ਕੁਆਲੀਫਾਈਡ ਹੋ, ਹੈ ਨਾ, ਤੁਸੀਂ ਪੜ੍ਹੇ ਲਿਖੇ ਇਨਸਾਨ ਹੋ। ਬਹੁਤ ਸਾਰੇ ਇਹ ਘਟਨਾਵਾਂ ਅਸੀਂ ਸੁਣੀਆਂ ਨੇ, ਪਰ ਸੁਣੀਆਂ ਨੇ ਤਾਂ ਲੋਕ ਇਹ ਕਮੈਂਟ ਕਰਦੇ ਆ ਕਿ ਅਨਪੜ੍ਹਤਾ। ਬਹੁਤ ਸਾਰੀਆਂ ਕਿਤਾਬਾਂ ਵੀ ਇਹਦੇ ਉੱਤੇ ਬਣੀਆਂ ਨੇ, ਜਿਹੜੀਆਂ ਕਿਤਾਬਾਂ ਗੋਰਿਆਂ ਨੇ ਖੁਦ ਲਿਖੀਆਂ ਨੇ, ਹੈ ਨਾ, ਡਾਕਟਰਾਂ ਤੱਕ ਨੇ ਵੀ ਉਹ ਲਿਖੀਆਂ ਨੇ ਕਿ ਸਾਨੂੰ ਕਈ ਇਨਸਾਨਾਂ 'ਚੋਂ ਸਾਡੇ ਖੁਦ ਦੇ ਵੀ ਇਹ ਤਜਰਬੇ ਰਹੇ ਆ। ਤੁਸੀਂ ਇਹ ਚੀਜ਼ ਨੂੰ ਕਿਵੇਂ ਮੰਨਦੇ ਹੋ ਕਿ ਇਹ એનર્ਜੀ ਸੱਚਮੁੱਚ ਹੋ ਸਕਦੀ ਹੈ? ਦੇਖੋ, ਇਹਨੂੰ ਜਾਂ ਤਾਂ ਜਗ ਬੀਤੀ ਜਾਂ ਆਪ ਬੀਤੀ। ਮੇਰੀ ਜਿਹੜੀ ਕਹਾਣੀ ਆ ਉਹ ਆਪ ਬੀਤੀ ਹੈ। ਇਹ ਕੋਈ ਮੈਂ ਐ ਨਹੀਂ ਹੈ, ਮੈਂ ਨਾ ਕੋਈ ਕਿਤਾਬ ਪੜ੍ਹੀ ਇਹਦੇ ਉੱਤੇ, ਤੇ ਨਾ ਇਹ ਮੇਰੇ ਨਾਲ ਖੁਦ ਵਾਪਰਿਆ। ਔਰ ਜੋ ਵਾਪਰਿਆ ਮੈਂ ਤੁਹਾਨੂੰ ਜੋ ਦੱਸ ਰਿਹਾ, ਇਹ ਬਿਲਕੁਲ ਹੀ ਇਸੇ ਤਰ੍ਹਾਂ ਹੀ ਵਾਪਰਿਆ। ਇਹ ਬਿਲਕੁਲ ਇਹ ਜਿਹੜਾ ਸੱਚ ਦਾ ਫਲ ਹੈ ਇਸ ਦੁਨੀਆ ਦੇ ਵਿੱਚ, ਪੁੰਨ ਦਾ ਫਲ ਹੈ, ਇਹ ਦੁਨੀਆ ਦੇ ਵਿੱਚ ਮਿਲਦਾ ਹੈ। ਜਿਹੜਾ ਬੰਦਾ ਦੁਨੀਆ ਤੋਂ ਰੁਖਸਤ ਹੋ ਕੇ ਜਾ ਚੁੱਕਦਾ ਹੈ, ਫਿਰ ਉਹ ਵਾਪਸ ਆਉਂਦਾ, ਤਾਂ ਇਹਦਾ ਮਤਲਬ ਕੋਈ ਨਾ ਕੋਈ ਸੁਪਰ ਪਾਵਰ, ਕੋਈ એનર્ਜੀ ਹੈ ਜਿਹੜੀ ਬੰਦੇ ਨੂੰ ਵਾਪਸ ਲੈ ਕੇ ਆਉਂਦੀ। ਅੱਛਾ, ਤੁਸੀਂ ਇਹ ਗੱਲ ਵੀ ਦੱਸਦੇ ਹੋ ਕਿ ਉਹ ਜਦੋਂ ਮੈਂ ਦੁਬਾਰੇ ਉੱਠਿਆ, ਮੈਨੂੰ ਇਹ ਲੱਗਿਆ ਮੇਰਾ ਦੁਬਾਰਾ ਜਨਮ ਹੋ ਗਿਆ, ਪਰਮਾਤਮਾ ਨੇ ਮੈਨੂੰ ਦੁਬਾਰੇ ਜ਼ਿੰਦਗੀ ਦੇ ਦਿੱਤੀ। ਫਿਰ ਉਦੋਂ ਤੁਸੀਂ ਇਹ ਗੱਲ ਵੀ ਦੱਸਦੇ ਹੋ ਕਿ ਮੈਨੂੰ ਲੱਗਦਾ ਕਿ ਮੈਨੂੰ ਬਚਾਉਣ ਵਾਲੇ ਉਹ ਬੇਜ਼ੁਬਾਨ ਪਸ਼ੂ ਪੰਛੀ ਹੀ। ਬਿਲਕੁਲ ਜੀ, ਇਹ ਜਿਹੜਾ ਤੁਸੀਂ ਸਵਾਲ ਪੁੱਛਿਆ, ਇਹ ਮੇਰੇ ਜਿਵੇਂ ਕਹਿੰਦੇ ਦਿਲ ਦੀ ਉਸ ਰਗ 'ਤੇ ਹੱਥ ਰੱਖਤਾ, ਜਿਹੜੀ ਮੈਂ ਬਹੁਤ ਜ਼ਿਆਦਾ ਲੋਕਾਂ ਨਾਲ ਨਹੀਂ ਸ਼ੇਅਰ ਕਰਨਾ ਚਾਹੁੰਦਾ ਸੀ, ਪਰ ਅੱਜ ਤੁਸੀਂ ਆਏ ਹੋ ਤਾਂ ਮੈਂ ਤੁਹਾਨੂੰ ਦੱਸ ਹੀ ਦੇਣਾ ਚਾਹੁੰਦਾ ਹਾਂ। ਜਿਹੜੀ ਮੈਨੂੰ ਇਹ ਜ਼ਿੰਦਗੀ ਮਿਲੀ ਹੈ, ਇਹ ਗਊਆਂ ਅਤੇ ਢੱਠਿਆਂ ਦੀ, ਬੇਜਵਾਨਾਂ ਦੀ ਸੇਵਾ, ਅਤੇ ਜਿਹੜੇ ਮੇਰੇ ਸੰਤ ਨੇ, ਸੰਤ ਆਤਮਾਨੰਦ ਜੀ ਮਹਾਰਾਜ ਲਾਲਿਆਣੇ ਵਾਲੇ, ਉਹ ਮੇਰੇ ਨਾਲ ਸੀ, ਉਹ ਮੇਰੇ ਨਾਲ ਹੀ ਖੜੇ ਸਨ। ਜੇ ਉਹ ਕਹਿੰਦੇ ਇਹਨਾਂ ਨੂੰ ਇੱਥੇ ਰੱਖਣਾ ਤਾਂ ਸਾਨੂੰ ਵੀ ਨਾਲ ਹੀ ਰੱਖੋ, ਤਾਂ ਅਸੀਂ ਜੇ ਜਾਣਗੇ ਤਾਂ ਅਸੀਂ ਥੱਲੇ ਜਾਵਾਂਗੇ, ਨਹੀਂ ਤਾਂ ਅਸੀਂ ਵੀ ਇੱਥੇ ਰਹਾਂਗੇ। ਅੱਛਾ, ਤੁਸੀਂ ਇੱਕ ਇਹ ਗੱਲ ਵੀ ਦੱਸਦੇ ਹੋ ਕਿ ਉਸ ਵਕਤ ਮੇਰੇ ਮੂਹਰੇ ਜਦੋਂ ਮੈਂ ਉਹ ਗੂੜੀ ਨੀਂਦ ਦੇ ਵਿੱਚ ਪਿਆ ਸੀ, 6 ਘੰਟਿਆਂ ਦਾ ਮੇਰਾ ਸਫ਼ਰ ਸੀ, ਦੁਨਿਆਵੀ ਤੌਰ 'ਤੇ ਤੁਹਾਡੀ ਮੌਤ ਹੋ ਚੁੱਕੀ ਸੀ, ਪਰ ਤੁਸੀਂ ਦੱਸਦੇ ਹੋ ਕਿ ਮੇਰੀ ਆਤਮਾ ਦੇ ਵਿੱਚ ਮੈਨੂੰ ਇਹ ਚੀਜ਼ਾਂ ਦਿਖ ਰਹੀਆਂ ਸੀ ਕਿ ਇੱਕ ਗਊ ਅਤੇ ਢੱਠੇ ਨੇ, ਇੱਕ ਬਹੁਤ ਸ਼ਕਤੀ ਹੈ, ਉਹ ਮੇਰੇ ਨਾਲ ਹੀ ਬਰਾਬਰ ਖੜੇ ਆ। ਬਿਲਕੁਲ। ਉਹ ਕੀ ਗੱਲ ਸੀ? ਉਹ ਇਸ ਤਰ੍ਹਾਂ ਸੀ ਵੀ ਜਦੋਂ ਉੱਥੇ ਜਨਾਬ ਜਿਹੜਾ ਹਿਸਾਬ ਕਿਤਾਬ ਹੁੰਦਾ, ਇੱਕ ਬਹੁਤ ਪਾਰਦਰਸ਼ੀ ਹਿਸਾਬ ਕਿਤਾਬ ਹੈ, ਨਾ ਤਾਂ ਉਹਦੇ ਵਿੱਚ ਕਿਸੇ ਦੀ ਕੋਈ ਸਿਫਾਰਿਸ਼ ਤੇ ਨਾ ਕੁਛ ਹੋਰ ਹੈ। ਉਹ ਸਿਰਫ ਇਸ ਤਰ੍ਹਾਂ ਦੇ ਕੈਮਰੇ ਲੱਗੇ ਆ ਜਿਹੜੇ ਕਿ ਅੱਜ ਤੱਕ ਦੁਨੀਆ ਤੇ ਬਣੇ ਨਹੀਂ। ਉੱਥੇ ਇੱਕ ਕੀੜੀ ਦਾ ਵੀ ਹਿਸਾਬ ਹੈ ਤੇ ਉੱਥੇ ਇੱਕ ਹਾਥੀ ਦਾ ਵੀ ਹਿਸਾਬ ਹੈ। ਜੇ ਤੁਸੀਂ ਕਹੋ ਤੁਹਾਨੂੰ ਕੁਝ ਬੋਲਣ ਦੀ ਲੋੜ ਨਹੀਂ, ਕੁਝ ਚੱਲਣ ਦੀ ਲੋੜ ਨਹੀਂ, ਉਹ ਸਭ ਕੁਝ ਹਿਸਾਬ ਕਿਤਾਬ ਉੱਥੇ ਦਾ ਉੱਥੇ, ਸੱਚ ਦਾ ਸੱਚ, ਝੂਠ ਦਾ ਝੂਠ, ਪੁੰਨ ਤੇ ਪਾਪ ਇੱਕੋ ਦਮ ਹੀ ਉੱਥੇ ਬਈ ਖਾਤਾ ਖੁੱਲ੍ਹ ਜਾਂਦਾ। ਤੁਸੀਂ ਕੀ ਦੇਖਿਆ ਉੱਥੇ, ਕਿਹੋ ਜਿਹਾ ਮਾਹੌਲ ਦੇਖਿਆ? ਬਿਲਕੁਲ ਸ਼ਾਂਤ ਮਾਹੌਲ ਹੈ। ਬਸ ਤੁਹਾਨੂੰ ਐਂ ਲਾ ਲਓ ਵੀ ਉੱਥੇ ਇੱਕ ਪਿਨ ਡ੍ਰੌਪ ਸਾਇਲੈਂਸ ਹੈ। ਤੁਹਾਨੂੰ ਆਪਣੇ ਆਲੇ ਦੁਆਲੇ ਕੌਣ ਦੇਖੇ? ਕੁਛ ਨਹੀਂ ਹੈ, ਸਿਰਫ ਇੱਕ ਸਫੈਦ ਰੰਗ ਦੀ ਇੱਕ ਲਾਈਟ ਜਗਦੀ ਹੈ, ਉਸ ਲਾਈਟ ਦੇ ਵਿੱਚ ਤੁਸੀਂ ਬੈਠੇ ਹੋ। ਬਸ ਤੁਸੀਂ ਅੱਖਾਂ, ਇੱਕ ਤੁਹਾਡੀ ਆਤਮਾ ਬੈਠੀ ਹੈ, ਉਹ ਆਤਮਾ ਨਾਲ ਹੀ ਹਿਸਾਬ ਕਿਤਾਬ ਉਹ ਆਪਣੇ ਆਪ ਹੀ ਦੱਸੀ ਜਾਂਦੇ ਵੀ ਤੁਹਾਡੇ ਇੰਨੇ ਕੁ ਪੁੰਨ ਹੈ, ਇੰਨੇ ਕੁ ਪਾਪ ਹੈ। ਤੁਸੀਂ ਦੱਸਦੇ ਕਿ ਤੁਹਾਡੇ ਬਰਾਬਰ ਉਹ ਬੇਜ਼ੁਬਾਨ ਪਸ਼ੂ ਪੰਛੀ ਆ ਕੇ ਖੜ ਗਏ? ਬਿਲਕੁਲ, ਉਹ ਨਾਲ ਹੀ ਖੜੇ ਰਹੇ ਜਿੰਨੀ ਦੇਰ ਮੈਂ ਉੱਪਰ ਸੀ, ਉਹ ਮੇਰੇ ਨਾਲ ਹੀ ਸੀ। ਉਹਨਾਂ ਦੀ ਵੀ ਇਹੀਓ ਪੁਕਾਰ ਸੀ, ਜੇ ਸਾਡੇ ਡਾਕਟਰ ਸਾਹਿਬ ਨੂੰ ਥੱਲੇ ਭੇਜ ਦਿਓ ਤਾਂ ਸਾਨੂੰ ਵੀ ਭੇਜ ਦਿਓ, ਜੇ ਇਹਨਾਂ ਨੂੰ ਰੱਖਣਾ ਤਾਂ ਸਾਨੂੰ ਵੀ ਇੱਥੇ ਰੱਖ ਲਓ। ਉਹ ਚੀਜ਼ ਦੇਖੀ ਤੁਸੀਂ? ਬਿਲਕੁਲ। ਅੱਛਾ ਡਾਕਟਰ ਸਾਹਿਬ, ਉਹ ਘਟਨਾ ਤੁਹਾਡੀ ਪੂਰੀ ਤਰੀਕੇ ਨਾਲ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ। ਤੁਸੀਂ ਦੱਸਦੇ ਹੋ ਕਿ ਮੈਂ ਉਹ ਘਟਨਾ ਤੋਂ ਬਾਅਦ ਦੁਨੀਆ ਦਾ ਮੋਹ ਮਾਇਆ ਸਾਰਾ ਕੁਝ ਤਿਆਗਦਾ। ਮੈਂ ਗਊਸ਼ਾਲਾ ਦੇ ਵਿੱਚ ਆ ਕੇ ਜੇ ਕੋਈ ਗਊ ਬਿਮਾਰ ਹੁੰਦੀ ਹੈ, ਡੰਗਰ ਪਸ਼ੂ ਬਿਮਾਰ ਹੁੰਦੀ ਹੈ, ਤਾਂ ਉਹਨਾਂ ਦੀ ਸੇਵਾ ਕਰਦਾ। ਬਿਲਕੁਲ ਤੁਸੀਂ ਠੀਕ ਫਰਮਾਇਆ। ਉਸ ਘਟਨਾ ਤੋਂ ਬਾਅਦ ਮੈਨੂੰ ਲੱਗਿਆ ਵੀ ਜਿਹੜੀ ਇਹ ਦੁਨਿਆਵੀ ਦੁਨੀਆ ਹੈ, ਇਹਨਾਂ ਦੇ ਵਿੱਚ ਕੋਈ ਉਹ ਚੀਜ਼ਾਂ ਨਹੀਂ ਹੈ ਜੋ ਸਾਨੂੰ ਚਾਹੀਦੀਆਂ ਨੇ। ਇਸ ਘਟਨਾ ਤੋਂ ਬਾਅਦ ਮੇਰਾ ਜਿਹੜਾ ਹੁਣ ਤਨ ਮਨ ਧਨ ਹੈ ਉਹ ਸਾਰਾ ਗਊ ਸੇਵਾ 'ਚ ਲੱਗ ਗਿਆ। ਤੇ ਮੈਂ ਚਾਹੁੰਦਾ ਵੀ ਹਾਂ ਵੀ ਜਿਹੜੀ ਇਹ ਮੈਨੂੰ ਗਊਆਂ ਨੇ, ਢੱਠਿਆਂ ਨੇ ਜ਼ਿੰਦਗੀ ਦਿੱਤੀ ਹੈ, ਮੈਂ ਇਹ ਜ਼ਿੰਦਗੀ ਇਹਨਾਂ ਦੇ ਲੇਖੇ ਹੀ ਲਾ ਦਿੱਤੀ ਹੈ, ਤੇ ਮੈਂ ਇਹਨਾਂ ਦੇ ਲੇਖੇ ਹੀ ਲਾ ਕੇ ਰੱਖੂੰਗਾ। ਤੇ ਮੈਨੂੰ ਇਹਨਾਂ ਤੋਂ ਹੀ ਪਤਾ ਲੱਗਿਆ ਵੀ ਅਸਲੀ ਜ਼ਿੰਦਗੀ ਮੈਨੂੰ ਦੇਣ ਵਾਲੇ ਕੌਣ ਨੇ। ਕੋਈ ਮੈਂ ਕਿਸੇ ਨੂੰ ਕਹਾਂ ਵੀ ਠੀਕ ਹੈ ਸਭ ਕੁਝ ਹੁੰਦਾ ਦੁਨੀਆ ਦੇ ਵਿੱਚ, ਪਰ ਜਿਹੜੀ ਗਊ ਸੇਵਾ ਹੈ ਇਹ ਸਭ ਤੋਂ ਵੱਡੀ ਸੇਵਾ ਹੈ। ਹੁਣ ਮੈਂ ਇੱਥੇ
ਸਵੇਰੇ 12 ਵਜੇ ਆਉਣਾ, ਸ਼ਾਮ ਨੂੰ 5 ਵਜੇ ਤੱਕ ਇੱਥੇ ਰਹਿਣਾ ਤੇ ਮੈਂ ਇੱਥੇ ਬਹੁਤ ਜ਼ਿਆਦਾ ਖੁਸ਼ ਵੀ ਰਹਿਣਾ। ਇਹ ਮੇਰਾ ਪ੍ਰੋਫੈਸ਼ਨ ਵੀ ਹੈ ਤੇ ਮੇਰਾ ਇੱਕ ਪੈਸ਼ਨ ਵੀ ਹੈ। ਤੁਸੀਂ ਦੱਸਦੇ ਹੋ ਕਿ ਮੁਫਤ ਦੇ ਵਿੱਚ ਤੁਸੀਂ ਸੇਵਾ ਕਰਦੇ ਹੋ। ਮੈਂ ਬਿਲਕੁਲ 1 ਰੁਪਏ ਦਾ, 1 ਪੈਸੇ ਦਾ ਵੀ ਕਿਸੇ ਦਾ ਰਵਾਦਾਰ ਨਹੀਂ ਹੈ। ਸਿਰਫ ਮੈਂ ਗਊਸ਼ਾਲਾ ਚਾਹੁੰਦਾ ਆਪਣਾ ਹੀ ਇੱਥੇ ਪਾਣੀ ਇੱਕ ਜ਼ਰੂਰ ਪੀਣਾ, ਬਾਕੀ ਮੈਂ ਇੱਥੇ ਕਿਸੇ ਤੋਂ 1 ਪੈਸਾ ਵੀ ਲੈਣਾ ਮੈਨੂੰ ਬਹੁਤ ਵੱਡਾ ਪਾਪ ਲੱਗਦਾ ਹੈ। ਅੱਛਾ, ਤੁਸੀਂ ਦੱਸਦੇ ਹੋ ਕਿ ਤੁਹਾਡੇ ਘਰ ਦੇ ਵੀ ਹੁਣ ਤਾਂ ਕਹਿ ਦਿੰਦੇ ਆ ਵੀ ਤੁਸੀਂ ਤਾਂ ਘਰ ਦਾ ਮੋਹ ਹੀ ਛੱਡ ਗਏ, ਤੁਸੀਂ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿਣ ਲੱਗ ਗਏ, ਤੁਹਾਨੂੰ ਇਹ ਚੀਜ਼ਾਂ ਦਾ, ਇਹ ਘਰ ਦਾ, ਇਹ ਪੈਸੇ ਦਾ ਇਹ ਮੋਹ ਹੀ ਨਹੀਂ ਆਉਂਦਾ। ਤੁਹਾਡੀ ਵਾਈਫ ਤੁਹਾਨੂੰ ਕਹਿ ਦਿੰਦੇ ਆ। ਮੇਰੀ ਵਾਈਫ ਮੈਨੂੰ ਅਕਸਰ ਹੱਸਦੀ ਹੁੰਦੀ ਹੈ ਵੀ ਕਿਉਂ ਨਾ ਤੁਹਾਡਾ ਉੱਥੇ ਹੀ ਕਮਰਾ ਬਣਵਾ ਦਈਏ ਇੱਕ, ਤੇ ਮੈਂ ਕਹਿੰਦਾ ਹੁਣ ਚਲੋ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਕਮਰਾ ਵੀ ਬਣ ਜਾਊਗਾ, ਪਰ ਹਜੇ ਤਾਂ ਮੈਨੂੰ 12 ਤੋਂ 5 ਜਿਹੜੀ ਸੇਵਾ ਹੈ ਉਹ ਤਾਂ ਮੈਨੂੰ ਕਰਨ ਦਿਓ। ਜਦੋਂ ਮੈਨੂੰ ਉਹ ਟਾਈਮ ਆ ਗਿਆ ਤਾਂ ਮੈਨੂੰ ਕੋਈ ਕਮਰੇ ਦਾ ਵੀ ਉੱਥੇ ਬੋਝ ਨਹੀਂ ਹੈ, ਮੈਂ ਉੱਥੇ ਵੀ ਰਹਿ ਸਕਦਾ। ਅੱਛਾ, ਤੁਸੀਂ ਆਪਣਾ ਉਹ ਚੰਗਾ ਘਰ-ਬਾਰ ਛੱਡ ਕੇ ਇੱਥੇ ਗਊਸ਼ਾਲਾ ਦੇ ਵਿੱਚ? ਮੈਂ ਇਸ ਗਊਸ਼ਾਲਾ ਨੂੰ ਇੱਕ ਮਹਿਲ ਸਮਝਦਾ ਹਾਂ। ਮੇਰੇ ਲਈ ਇਹ ਇੱਕ ਮਹਿਲ ਹੈ, ਜਿਹੋ ਜਿਹਾ ਮੈਂ ਕਿਸੇ 7 ਸਟਾਰ ਹੋਟਲ 'ਚ ਰਹਿ ਲਿਆ, ਜਿਹੋ ਜਿਹਾ ਮੈਂ ਗਊਸ਼ਾਲਾ 'ਚ ਰਹਿ ਲਿਆ। ਅੱਛਾ, ਉਹ ਪੈਸੇ ਦਾ, ਉਹ ਘਰ ਦਾ, ਉਹ ਪੱਥਰ ਜਿਹੜਾ ਲੱਗਿਆ ਹੋਇਆ, ਉਹਦਾ ਮੋਹ ਆਉਂਦਾ? ਉਹ ਮੈਨੂੰ ਸਾਰੀਆਂ ਚੀਜ਼ਾਂ ਦੁਨਿਆਵੀ ਲੱਗਦੀਆਂ ਹਨ। ਅੱਛਾ, ਉਹਨਾਂ ਨਾਲ ਮੈਨੂੰ ਕੋਈ ਮੋਹ ਨਹੀਂ ਹੈ। ਅੱਛਾ, ਉਹ ਮੈਂ ਸਿਰਫ ਜਿੰਨਾ ਕੁ ਇਸ ਵੇਲੇ ਕਰ ਰਿਹਾ ਉਹ ਬੱਚਿਆਂ ਦੀ ਖਾਤਰ ਜਾਂ ਆਪਦੀ ਵਾਈਫ ਦੀ ਖਾਤਰ। ਪਰ ਜੇ ਮੈਂ ਕਹਾਂ ਵੀ ਮੈਨੂੰ ਉਹਨਾਂ ਚੀਜ਼ਾਂ 'ਚ ਬਹੁਤ ਕੋਈ ਸਵਾਦ ਆਉਂਦਾ ਹੈ ਜਾਂ ਮੇਰੇ ਨਾਲ ਉਹਨਾਂ ਦਾ ਬਹੁਤ ਪਿਆਰ ਹੈ, ਉਹ ਕੁਛ ਨਹੀਂ ਹੈ। ਅੱਛਾ, ਉਹ ਚੀਜ਼ਾਂ ਨਾਲ ਖੁਸ਼ੀ ਨਹੀਂ ਮਿਲਦੀ ਤੁਹਾਨੂੰ? ਨਹੀਂ, ਮੈਨੂੰ ਖੁਸ਼ੀ ਮਿਲਦੀ ਹੈ ਤਾਂ ਗਊਸ਼ਾਲਾ 'ਚ ਹੀ ਮਿਲਦੀ ਹੈ। ਅੱਛਾ, ਤੁਸੀਂ ਇਹ ਸੇਵਾ 'ਚ ਹੀ ਰੁੱਝ ਗਏ ਹੁਣ? ਇਹ ਸੇਵਾ ਰਹਿੰਦੀ ਜ਼ਿੰਦਗੀ ਇੱਥੇ ਹੀ ਜਿਉਣੀ ਆ? ਬਿਲਕੁਲ। ਮੈਂ ਜਦੋਂ ਤੱਕ ਪਰਮਾਤਮਾ ਨੇ ਮੈਨੂੰ ਰੱਖਿਆ ਚੱਲਦੇ ਫਿਰਦੇ ਤਾਂ ਮੈਂ ਗਊ ਸੇਵਾ ਹੀ ਕਰੂੰਗਾ ਤੇ ਗਊ ਸੇਵਾ ਦੇ ਵਿੱਚ ਹੀ ਮੈਂ ਖੁਸ਼ ਹਾਂ। ਹੋਰ ਮੈਨੂੰ ਕੋਈ ਕੰਮ ਤੋਂ ਬਿਨਾਂ ਕਿਸੇ ਥਾਂ ਤੇ ਖੁਸ਼ੀ ਨਹੀਂ ਮਿਲਦੀ। ਇੱਥੇ ਹੀ ਮੈਨੂੰ ਆ ਕੇ ਮੇਰਾ ਮਨ ਖੁਸ਼ ਹੁੰਦਾ। ਅੱਛਾ, ਤੇ ਡਾਕਟਰ ਸਾਹਿਬ ਅਸੀਂ ਦੁਨਿਆਵੀ ਮੋਹ ਮਾਇਆ 'ਚ ਬਹੁਤ ਇਹ ਚੀਜ਼ਾਂ 'ਚ ਰਹਿੰਦੇ ਆ, ਪੈਸੇ ਦੀ ਦੌੜ 'ਚ ਰਹਿੰਦੇ ਆ। ਤੁਸੀਂ ਕਹਿੰਦੇ ਹੋ ਕਿ ਉਹ ਘਟਨਾ ਨੇ ਮੈਨੂੰ ਸਬਕ ਜ਼ਰੂਰ ਦੇਤਾ, ਮੰਨਦੇ ਹੋ ਇਹ ਗੱਲ? ਬਿਲਕੁਲ, ਉਸ ਘਟਨਾ ਨੇ ਮੈਨੂੰ ਮੇਰੀ ਜ਼ਿੰਦਗੀ ਦਾ ਪਾਸਾ ਹੀ ਬਦਲ ਦਿੱਤਾ। ਮੈਨੂੰ ਸਹੀ ਜੋ ਸ਼ੀਸ਼ਾ ਇੱਕ ਪਰਮਾਤਮਾ ਨੇ ਦਿਖਾਇਆ ਉਹ ਮੈਨੂੰ ਉਦੋਂ ਬਾਅਦ ਪਤਾ ਲੱਗਿਆ ਵੀ ਗਊ ਸੇਵਾ ਜਾਂ ਪੁੰਨ ਤੇ ਪਾਪ 'ਚ ਫਰਕ ਕੀ ਹੈ। ਜੇ ਤੁਸੀਂ ਦੁਨੀਆ ਦੇ ਵਿੱਚ ਆਏ ਹੋ, ਚੰਗੇ ਕਰਮ ਕਰੋਗੇ ਤਾਂ ਉਹ ਤੁਹਾਡੇ ਨਾਲ ਜਾਣਗੇ ਤੇ ਮਾੜੇ ਕਰਮ ਵੀ ਨਾਲ ਹੀ ਜਾਂਦੇ ਹਨ। ਮੈਂ ਸਭ ਨੂੰ ਇਹ ਜ਼ਰੂਰ ਕਹੂੰਗਾ ਵੀ ਹਰ ਬੰਦੇ ਨੂੰ ਗਊ ਸੇਵਾ ਤਨ ਮਨ ਧਨ ਨਾਲ ਕਰਨੀ ਚਾਹੀਦੀ ਹੈ, ਜਿੰਨੇ ਜੋਗੇ ਵੀ ਹੋ। ਇਹ ਨਹੀਂ ਹੈ ਕੋਈ ਆਪਾਂ ਕਰੋੜਾਂ ਰੁਪਏ ਨਾਲ ਹੀ ਗਊ ਸੇਵਾ 1 ਰੁਪਏ ਨਾਲ ਵੀ ਹੋ ਸਕਦੀ ਹੈ ਤੇ ਲੱਖਾਂ ਨਾਲ ਵੀ। ਜੋ ਕਰਨਾ ਦਿਲ ਨਾਲ ਕਰੋ। ਜਿਵੇਂ ਮੈਂ ਇੱਥੇ ਆਉਣਾ, ਕੋਈ ਮੈਂ ਕਿਸੇ ਦੇ ਪ੍ਰੈਸ਼ਰ 'ਚ ਨਹੀਂ ਹਾਂ, ਮੈਂ ਇੱਕ ਮੇਰੇ ਅੰਦਰ ਪ੍ਰੈਸ਼ਰ ਹੈ ਵੀ ਇਹ ਪਰਮਾਤਮਾ ਨੇ ਮੈਨੂੰ ਜ਼ਿੰਦਗੀ ਦਿੱਤੀ ਹੈ ਤਾਂ ਮੈਂ ਕਿਉਂ ਨਾ ਗਊਆਂ ਦੇ ਲੇਖੇ ਲਾਵਾਂ ਹੁਣ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਹੋਰ ਵੀ ਹੁੰਦੀ ਆ, ਜਿਵੇਂ ਤੁਸੀਂ ਕਹਿੰਦੇ ਹੋ ਕਿ ਪੁੰਨ ਪਾਪ ਜਾਂ ਸਵਰਗ ਨਰਕ, ਉਹ ਚੀਜ਼ਾਂ ਹੈਗੀਆਂ ਨੇ, ਉਹ ਚੀਜ਼ਾਂ ਤੁਹਾਨੂੰ ਦੇਖੀਆਂ ਜਾਂ ਉਹ ਚੀਜ਼ਾਂ ਉਹ ਪਰਲਾ ਮਾਹੌਲ ਕਹਿੰਦੇ ਧਰਮ ਰਾਜਾ ਬਹੀ ਲਈ ਬੈਠੇ? ਉਹ ਬਿਲਕੁਲ ਅਲੱਗ ਚੀਜ਼ ਹੈ। ਉਹ ਦੇਖੋ ਨਾ ਤਾਂ ਕਿਸੇ ਨੂੰ ਪਤਾ ਲੱਗਦਾ। ਤੁਸੀਂ ਉਹ ਚੀਜ਼ਾਂ ਨਹੀਂ, ਮੈਂ ਉਹ ਨੋਟ ਨਹੀਂ ਕਰਦੇ ਕਿਉਂਕਿ ਉਹ ਚੀਜ਼ਾਂ ਤਾਂ ਤੁਹਾਡੇ ਨੋਟ ਹੋਣ ਤੋਂ ਪਹਿਲਾਂ ਹੀ ਤੁਹਾਡਾ ਪਹਿਲਾਂ ਸਾਰਾ ਹਿਸਾਬ ਕਿਤਾਬ ਹੋ ਜਾਂਦਾ। ਉਸ ਤੋਂ ਬਾਅਦ ਤਾਂ ਪਤਾ ਹੀ ਨਹੀਂ ਬੰਦਾ ਕਿੱਥੇ ਜਾਂਦਾ, ਬਸ ਉੱਥੇ ਜਿਹੜਾ ਕੰਮ ਖਤਮ ਹੋ ਜਾਂਦਾ। ਤੁਹਾਨੂੰ ਉਹ ਮਾਹੌਲ ਦੇਖਿਆ ਜਿਵੇਂ ਕਹਿੰਦੇ ਧਰਮ ਰਾਜ ਬੈਠਾ? ਨਹੀਂ, ਮੈਨੂੰ ਉਸ ਤਰ੍ਹਾਂ ਦਾ ਕੁਝ ਨਹੀਂ ਮੈਨੂੰ ਦਿਖਿਆ, ਨਹੀਂ ਹੈ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਮੈਂ ਮਹਿਸੂਸ ਕੀਤਾ। ਬਸ ਇੱਕ ਉੱਥੇ ਮੈਂ ਇਹ ਜ਼ਰੂਰ ਦੇਖਿਆ ਵੀ ਉੱਥੇ ਇੱਕ ਬਹੁਤ ਵੱਡੀ ਕੋਈ ਇਹੋ ਜਿਹਾ ਦੇਵਤਾ ਬੈਠਾ ਜਿਹੜਾ ਕਿ ਹਿਸਾਬ ਕਿਤਾਬ ਤੁਹਾਡਾ ਸਾਰਾ, ਤੁਹਾਨੂੰ ਕੋਈ ਕੁਛ ਬੋਲਣ ਦੀ ਲੋੜ ਨਹੀਂ, ਬਸ ਉਹ ਆਪਣੇ ਆਪ ਹੀ ਹਿਸਾਬ ਕਿਤਾਬ ਹੋ ਜਾਂਦਾ ਤੁਹਾਨੂੰ। ਅੱਛਾ, ਇੱਕ ਗੱਲ ਹੋਰ ਦੱਸੋ ਡਾਕਟਰ ਸਾਹਿਬ ਕਿ ਅਸੀਂ ਦੁਨਿਆਵੀ ਚੀਜ਼ਾਂ ਨਾਲ ਮੋਹ ਰੱਖੀ ਬੈਠੇ ਹਾਂ। ਤੁਸੀਂ ਕਹਿੰਦੇ ਹੋ ਕਿ ਇਹ ਚੀਜ਼ਾਂ ਮੈਨੂੰ ਫਿੱਕੀਆਂ ਲੱਗਦੀਆਂ ਨੇ, ਅਸੀਂ ਪੈਸੇ ਦੀ ਦੌੜ ਦੇ ਪਿੱਛੇ, ਸਾਰੀ ਦੁਨੀਆਦਾਰੀ ਇਹ ਚੀਜ਼ਾਂ ਦੇ ਪਿੱਛੇ ਰਹਿੰਦੀ ਆ। ਲੱਗਦਾ ਕਿ ਜੇ ਅਸੀਂ ਉਹ ਚੀਜ਼ਾਂ ਵੀ ਕਰ ਰਹੇ ਹਾਂ ਤਾਂ ਨਾਲ ਪੁੰਨ ਦੇ ਕੰਮ ਵੀ, ਜੇ ਬੇਜ਼ੁਬਾਨ ਪਸ਼ੂ ਪੰਛੀਆਂ ਦੀ ਸੇਵਾ ਤੋਂ ਜ਼ਿਆਦਾ ਕੋਈ ਹੋਰ ਵੱਡੀ ਸੇਵਾ ਹੋ ਨਹੀਂ ਸਕਦੀ। ਬਿਲਕੁਲ, ਤੁਸੀਂ ਦੁਨੀਆ ਦੇ ਵਿੱਚ ਆ ਕੇ ਜਿਹੜੇ ਦੁਨਿਆਵੀ ਸੁੱਖ ਹੈ ਜ਼ਰੂਰ ਉਹਨਾਂ ਨੂੰ ਭੋਗੋ, ਜ਼ਰੂਰ ਉਹਨਾਂ ਦੇ ਵਿੱਚ, ਪਰ ਉਹਨਾਂ ਦੇ ਵਿੱਚ ਇੰਨੇ ਨਾ ਖੋਬੋ ਵੀ ਤੁਹਾਨੂੰ ਗਰੀਬ ਦਾ ਜਾਂ ਕੋਈ ਦੁੱਖ ਨਾ ਮਹਿਸੂਸ ਹੋਵੇ, ਜਾਂ ਕਿਸੇ ਬੇਸਹਾਰਾ ਗਾਂ ਦੀ ਤੁਹਾਨੂੰ ਕੋਈ ਬਿਮਾਰੀ ਬਾਰੇ ਜੇ ਤੁਸੀਂ ਉਹਦਾ ਇਲਾਜ ਨਹੀਂ ਕਰ ਸਕਦੇ। ਗਊ ਸੇਵਾ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕੋਈ ਮੱਲਮ ਪੱਟੀ ਕਰਨੀ। ਗਊ ਸੇਵਾ ਦਾ ਮਤਲਬ ਇਹ ਤੁਸੀਂ ਉਹਨੂੰ ਚਾਹੇ ਗੁੜ ਚਾਰ ਦਿਓ, ਉਹਨੂੰ ਰੋਟੀ ਖਵਾ ਦਿਓ, ਵੀ ਉਸ ਵਿਚਾਰੀ ਬੇਸਹਾਰਾ ਗਊ ਨੂੰ ਤੁਸੀਂ ਆਪਦੇ ਹੱਥ ਨਾਲ ਕੁਛ ਤਾਂ ਉਹਦਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਉਹ ਕਰੋ, ਉਹ ਤੁਹਾਡਾ ਵਿਅਰਥ ਨਹੀਂ ਜਾਊਗਾ।
ਅੱਛਾ ਡਾਕਟਰ ਸਾਹਿਬ, ਜਾਂਦੇ ਜਾਂਦੇ ਇੱਕ ਹੋਰ ਸਵਾਲ ਦਾ ਜਵਾਬ ਮੈਨੂੰ ਜ਼ਰੂਰ ਦੇ ਕੇ ਜਾਇਓ ਕਿ ਜਦੋਂ ਤੁਸੀਂ ਉੱਥੋਂ ਵਾਪਸ ਆ ਗਏ ਤਾਂ ਤੁਹਾਡਾ ਪਰਿਵਾਰ ਵੀ ਬਹੁਤ ਖੁਸ਼ ਹੋਇਆ। ਇਹ ਪਰਿਵਾਰ ਨਾਲ ਗੱਲ ਕਰਦੇ ਹੋ ਕਿ ਜਿੰਨਾ ਕੁਝ ਕਮਾਉਣਾ ਸੀ ਜਾਂ ਜਿੰਨਾ ਕੁਝ ਮੈਂ ਤੁਹਾਡੇ ਲਈ ਬਣਾਉਣਾ ਸੀ ਉਹ ਬਣਾ ਚੁੱਕਿਆ, ਇਸ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਇੱਕ ਵੱਖਰੇ ਤਰੀਕੇ ਨਾਲ ਜਿਉਣਾ ਚਾਹੁੰਦਾ ਹਾਂ? ਬਿਲਕੁਲ, ਉਹ ਤਾਂ ਮੈਂ ਆਪਦੇ ਬੱਚਿਆਂ ਨੂੰ ਤੇ ਮੈਂ ਆਪਦੀ ਵਾਈਫ ਨੂੰ ਦੱਸ ਚੁੱਕਿਆ। ਹੁਣ ਜੋ ਮੈਂ ਕਮਾ ਕੇ ਦੇਣਾ ਸੀ, ਜਿੰਨਾ ਤੁਹਾਨੂੰ ਚਾਹੀਦਾ ਸੀ ਉਹਨਾਂ ਮੈਂ ਤੁਹਾਨੂੰ ਦੇਤਾ ਬਣਾ ਕੇ। ਹੁਣ ਤੁਸੀਂ ਇਹਨੂੰ ਬਣਾਓ ਜਾਂ ਵਿਗਾੜੋ, ਉਹ ਮੇਰਾ ਕੋਈ ਮਤਲਬ ਨਹੀਂ ਹੈ। ਜੋ ਮੈਂ ਕਰਨਾ ਸੀ ਉਹ ਕਰਤਾ। ਮੈਨੂੰ ਜਿਹੜੇ ਕੰਮ 'ਚ ਮੈਂ ਬਿਜ਼ੀ ਹਾਂ ਮੈਨੂੰ ਉਧਰ ਹੀ ਰਹਿਣ ਦਿਓ। ਮੈਨੂੰ ਇਸ ਪਾਸਿਓਂ ਨਾ ਹਟਾਈਓ, ਨਾ ਮੈਂ ਹਟਾਂ ਤੇ ਨਾ ਹੀ ਮੈਂ ਇੱਧਰਲੇ ਪਾਸਿਓਂ ਮੇਰੀ ਕੋਈ ਲਗਨ ਹਟਾ ਸਕਦਾ। ਸੋ ਡਾਕਟਰ ਸਾਹਿਬ, ਬਹੁਤ ਸਮਾਂ ਦਿੱਤਾ ਤੁਸੀਂ ਤੇ ਤੁਸੀਂ ਆਪਣਾ ਉਹ ਤਜਰਬਾ ਸਾਂਝਾ ਕਰਿਆ। ਬਹੁਤ ਅਨੋਖੀ ਇਹ ਕਹਾਣੀ ਆ ਕਿ ਕਿਵੇਂ ਇੱਕ ਡਾਕਟਰ ਕਿਵੇਂ ਗਊ ਸੇਵਾ ਵੱਲ ਨੂੰ ਆ ਜਾਂਦਾ, ਹੈ ਨਾ। ਬਿਲਕੁਲ। ਤੇ ਕਿਵੇਂ ਉਹ ਦੁਨਿਆਵੀ ਮੋਹ ਮਾਇਆ ਪੈਸਾ ਸਭ ਕੁਝ ਛੱਡ ਦਿੰਦਾ ਤੇ ਉਹਨੂੰ ਲੱਗਦਾ ਕਿ ਨਵੀਂ ਜ਼ਿੰਦਗੀ ਮਿਲੀ ਹੈ ਇੱਕ। ਬਿਲਕੁਲ। ਤੇ ਹੁਣ ਕੋਈ ਪਰਮਾਤਮਾ ਨਾਲ ਗਲਾ ਸ਼ਿਕਵਾ ਜਾਂ ਕੋਈ ਕੰਮ ਐਸਾ ਕਰਨਾ ਰਹਿੰਦਾ ਹੋਵੇ ਜਿਹੜਾ ਪਰਮਾਤਮਾ ਨੂੰ ਕਹਿੰਦੇ ਹੋਵੋ ਵੀ ਬਸ ਇੰਨੇ ਕੁ ਸਾਲ ਹੋਰ ਦੇ ਦੇ, ਇਹ ਕੰਮ ਮੈਂ ਕਰਨਾ ਚਾਹੁੰਦਾ, ਫਿਰ ਚਾਹੇ ਮੈਨੂੰ ਨਾਲ ਦੀ ਨਾਲ ਚੱਕ ਲੈ? ਨਹੀਂ, ਬਸ ਹੁਣ ਤਾਂ ਮੈਨੂੰ ਇਹ ਹੈ ਵੀ ਮੈਂ ਗਊ ਸੇਵਾ ਕਰਦਾ ਹੀ ਜਦੋਂ ਵੀ ਦੁਨੀਆ 'ਤੇ ਜਾਵਾਂ। ਬਸ ਮੈਨੂੰ ਗਊ ਸੇਵਾ ਕਰਨ ਦਾ ਹਜੇ ਮੇਰੇ 5-7 ਸਾਲ ਹੋ ਰਹੇ। ਮੇਰੀ ਇੱਛਾ ਹੈ ਇਹ ਮੈਂ ਜਦੋਂ ਪੂਰੇ ਤਨ ਮਨ ਨਾਲ ਮੈਂ ਪੂਰਾ ਗਊਆਂ ਦੇ ਵਿੱਚ ਖੁੱਭ ਜਾਵਾਂ, ਉਸ ਤੋਂ ਬਾਅਦ ਹੀ ਮੈਨੂੰ ਮਤਲਬ ਜਦੋਂ ਵੀ ਲੈ ਕੇ ਜਾਣਾ ਗਊ ਸੇਵਾ ਦੇ ਵਿੱਚੋਂ ਹੀ ਲੈ ਜਾਓ। ਮੈਨੂੰ ਹੁਣ ਹੋਰ ਗਊ ਸੇਵਾ ਤੋਂ ਇਲਾਵਾ ਮੈਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਠੀਕ ਹੈ ਡਾਕਟਰ ਸਾਹਿਬ, ਬਹੁਤ ਸਮਾਂ ਦਿੱਤਾ ਤੁਸੀਂ, ਬਹੁਤ ਮਿਹਰਬਾਨੀ ਤੁਹਾਡੀ। ਧੰਨਵਾਦ ਤੁਹਾਡਾ ਇੱਥੇ ਆਉਣ ਤੇ, ਬਹੁਤ ਚੰਗਾ ਲੱਗਿਆ ਮੈਨੂੰ। ਚਲੋ ਇਸ ਬਹਾਨੇ ਤੁਹਾਡੇ ਦਰਸ਼ਨ ਹੋ ਗਏ ਨੇ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਨੂੰ ਸਮਾਂ ਦੇਣ ਦੀ। ਸੋ ਇਹ ਸਾਡੇ ਨਾਲ ਡਾਕਟਰ ਚਮਨ ਲਾਲ ਗਰਗ ਸੀ ਜਿਨ੍ਹਾਂ ਦੀ ਕਹਾਣੀ ਤੇ ਜ਼ੁਬਾਨੀ ਸੁਣਾਇਆ ਇਹਨਾਂ ਦੀ ਕਹਾਣੀ ਨੂੰ ਕਿ ਕਿਵੇਂ ਇੱਕ ਇਨਸਾਨ ਦੀ ਜ਼ਿੰਦਗੀ ਬਦਲਦੀ ਆ ਤੇ ਉਹ ਇਨਸਾਨ ਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਮੈਨੂੰ ਬੇਜ਼ੁਬਾਨ ਪਸ਼ੂ ਪੰਛੀਆਂ ਕਰਕੇ ਮਿਲੀ ਆ ਤੇ ਫਿਰ ਕਿਵੇਂ ਸੇਵਾ ਵੱਲ ਨੂੰ ਆਉਂਦੇ ਆ। ਇਹ ਕਹਾਣੀ ਹੈ ਇੱਕ, ਆਪਣੇ ਤਜਰਬੇ ਜ਼ਰੂਰ ਸਾਂਝੇ ਕਰਿਓ। ਤੇ ਇਹ ਕਹਾਣੀ ਦਿਖਾਉਣ ਦਾ ਮਕਸਦ ਇਹ ਨਹੀਂ ਕਿ ਅਸੀਂ ਇਹ ਵਹਿਮ ਭਰਮ ਨੂੰ ਸਪੋਰਟ ਕਰਦੇ ਹਾਂ। ਸਾਡਾ ਕਹਾਣੀ ਦਿਖਾਉਣ ਦਾ ਮਕਸਦ ਇਹਨਾਂ ਦਾ ਤਜਰਬਾ ਸਾਂਝਾ ਕਰਨਾ ਸੀ ਕਿ ਕਿਵੇਂ ਕੋਈ ਵੀ ਘਟਨਾ ਸਾਡੀ ਜ਼ਿੰਦਗੀ ਦੀ ਹੁੰਦੀ ਹੈ ਉਹ ਕਿਵੇਂ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੀ ਹੈ। ਅਸੀਂ ਇਹ ਚੀਜ਼ਾਂ ਸਾਇੰਸ ਦੇ ਯੁੱਗ ਦੇ ਵਿੱਚ ਜਿਉ ਰਹੇ ਹਾਂ। ਡਾਕਟਰ ਸਾਹਿਬ ਖੁਦ ਪੜ੍ਹੇ ਲਿਖੇ ਨੇ, ਬਹੁਤ ਸਾਰੀਆਂ ਕਹਾਣੀਆਂ ਤੁਸੀਂ ਦੇਖੀਆਂ ਹੋਣਗੀਆਂ। ਉਹਦਾ ਮਕਸਦ ਉਹਦੇ 'ਚ ਸਾਨੂੰ ਇਹ ਲੱਗਦਾ ਹੁੰਦਾ ਕਿ ਇਹ ਬੰਦੇ ਅਨਪੜ੍ਹ ਨੇ ਜਾਂ ਇਹਨਾਂ ਨੇ ਸੁਣੀਆਂ ਸੁਣਾਈਆਂ ਗੱਲਾਂ ਇਹ ਕਰ ਰਹੇ, ਪਰ ਡਾਕਟਰ ਸਾਹਿਬ ਬਹੁਤ ਪੜ੍ਹੇ ਲਿਖੇ ਨੇ, ਵੈਲ ਕੁਆਲੀਫਾਈਡ ਨੇ ਤੇ ਵੈਟਰਨਰੀ ਡਾਕਟਰ ਰਿਟਾਇਰਡ ਨੇ। ਇਹਨਾਂ ਦੀ ਜ਼ੁਬਾਨੀ ਇਹ ਕਹਾਣੀ ਝੂਠੀ ਨਹੀਂ ਹੋ ਸਕਦੀ। ਜਿਵੇਂ ਇਹਨਾਂ ਨੇ ਦੱਸਿਆ ਕਿ ਮੈਨੂੰ ਜਿਹੜਾ ਕੁਝ ਦੇਖਿਆ ਉਹ ਮੈਂ ਦੱਸਿਆ, ਜਿਹੜੀ ਚੀਜ਼ ਮੈਂ ਦੇਖੀ ਹੈ ਨਹੀਂ ਉਹ ਇਹਨਾਂ ਨੇ ਵੱਧ ਚੜ੍ਹ ਕੇ ਗੱਲ ਕੋਈ ਕਰੀ ਵੀ ਹੈ ਨਹੀਂ। ਸੋ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਘੰਟਾ।